ਅਕਾਲ ਜੀ ਸਾਰਿਆਂ ਨੂੰ ਇਮੀਗ੍ਰੇਸ਼ਨ ਅਪਡੇਟਸ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਮੈਂ ਹਾਂ ਤੁਹਾਡੇ ਨਾਲ ਦਿਵਿਆਨੇਜਾ ਤੇ ਜਿੱਦਾਂ ਕਿ ਤੁਸੀਂ ਜਾਣਦੇ ਸ਼ੋਅ ਦੇ ਰਾਹੀਂ ਆਪਾਂ ਤੁਹਾਨੂੰ तमाम ਸਵਾਲ ਜਵਾਬ ਦੱਸਦੇ ਹੈਗੇ ਆ ਜਿਹੜੇ ਕਿ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਜਦ ਗੱਲ ਹੁੰਦੀ ਹੈ ਕਿ ਬਾਹਰ ਜਾਣਾ ਚਾਹੁੰਦੇ ਆ ਆਪਾਂ। ਔਰ ਖਾਸ ਤੌਰ ਤੇ ਅੱਜ ਜਿਹੜੀ ਕੰਟਰੀ ਦੀ ਆਪਾਂ ਗੱਲ ਕਰਨ ਵਾਲੇ ਹਾਂ ਜੀ ਉਹ ਹੈਗੀ ਯੂਕੇ ਇੱਕ ਇੱਦਾਂ ਦੀ ਹੈਗੀ ਹੈ ਕਿਉਂਕਿ ਜਿੱਥੇ ਅੱਜ ਕੱਲ੍ਹ ਜੇ ਦੇਖਿਆ ਜਾਏ ਗੱਲਾਂ ਚੱਲ ਰਹੀਆਂ ਨੇ ਸਕਸੈਸ ਰੇਟ ਬਹੁਤ ਵੱਧ ਰਿਹਾ ਹੈਗਾ, ਜ਼ਿਆਦਾ ਹੋ ਗਿਆ ਹੋਵੇਗਾ। ਹੁਣ ਕਾਫੀ ਲੋਕਾਂ ਨੂੰ ਓਪਰਚੁਨਿਟੀ ਮਿਲ ਰਹੀ ਹੈਗੀ ਬਾਹਰ ਜਾਣ ਦੀ। बस शर्त है कि तुसी सही इमीग्रेशन पॉइंट ते पहुँचो, तुसी सही बंदे कोल पहुँचो जिहड़ा तुहानूं सही गाइड करे। सो तुहानूं गाइडेंस दे लई साडे नाल अज मौजूद ने जतिंदर सिंह जी। बहुत बहुत स्वागत है जतिंदर जी। धन्यवाद मैम, बहुत बहुत जी। सर सब तो पहला तो आपां यूके दी जे गल करिए तो आपां ये जानना चाहते हैं कुछ बदलाव होया है पहले तो? जी बिल्कुल मैं दसना चाहूँगा कि यूके दे विच जिहड़ी नवीं अपडेशन आई है अंबैसी वालों, ये अपडेशन आई है कि ਪਹਿਲਾਂ ਜਿਵੇਂ ਕਿ ਆਪਾਂ ਨੂੰ ਟੋਟਲ ਜਿਹੜੇ ਪੁਆਇੰਟ ਸੀਗੇ ਇੱਕ ਵੀਜ਼ਾ ਲੈਣ ਦੇ ਲਈ ਉਹ 40 ਪੁਆਇੰਟਸ ਆਪਾਂ ਨੂੰ ਕਲੈਕਟ ਕਰਨੇ ਪੈਂਦੇ ਸੀ, ਜਿਹਦੇ ਵਿੱਚ 30 ਨੰਬਰ ਕੈਸ਼ ਦੇ ਹੁੰਦੇ ਸੀ, 10 ਨੰਬਰ ਤੁਹਾਡੇ ਡਾਕੂਮੈਂਟ ਦੇ ਹੁੰਦੇ ਸੀ। ਹੁਣ ਥੋੜਾ ਜਿਹੜਾ ਪੁਆਇੰਟ ਸਿਸਟਮ ਆ ਥੋੜਾ ਜਿਹਾ ਚੇਂਜ ਹੋ ਕੇ ਪੁਆਇੰਟਸ ਜਿਹੜੇ ਨੂੰ ਵਧਾ ਦਿੱਤੇ ਗਏ ਨੇ, ਜਿੱਥੇ 40 ਦੀ ਜਗ੍ਹਾ ਪੁਆਇੰਟ ਹੁਣ 70 ਕਰ ਦਿੱਤੇ ਗਏ ਨੇ। ਪਰ ਇਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀਂ, ਇਹ ਨਹੀਂ ਕਿ 70 ਪੁਆਇੰਟ ਤੋਂ ਬਹੁਤ ਟਫ ਰੂਲਸ ਆ ਗਏ ਨੇ ਜਾਂ ਰੂਲ ਦੇ ਵਿੱਚ ਵੱਡਾ ਫੇਰਬਦਲ ਹੋਇਆ। ਜਿਹੜੇ ਪਹਿਲਾਂ ਕੈਸ਼ ਦੇ 30 ਪੁਆਇੰਟ ਸੀ ਹੁਣ 50 ਪੁਆਇੰਟ ਕਰ ਦਿੱਤੇ ਗਏ ਨੇ। ਜਿਹੜੇ ਕੈਸ਼ ਦੇ ਆ ਤੁਹਾਡੀ ਜਿਹੜੀ ਕਨਫਰਮੇਸ਼ਨ ਜਿਹੜਾ ਟੀਅਰ 4 ਲਾਇਸੈਂਸਡ ਜਿਹੜੀ ਯੂਨੀਵਰਸਿਟੀ ਉਹਦੇ ਵੱਲੋਂ ਜਿਹੜੇ ਪੁਆਇੰਟਸ ਹੁਣ ਆਪਾਂ ਨੂੰ ਕੈਸ਼ ਦੇ ਮਿਲਣੇ ਹੁਣ 50 ਪੁਆਇੰਟ ਹੋਇਆ ਕਰਨੇ ਨੇ। 10 ਪੁਆਇੰਟ ਤੁਹਾਡੇ ਫੰਡਿੰਗ ਦੇ ਜਿਹੜੇ ਤੁਹਾਡੇ ਡਾਕੂਮੈਂਟਸ ਦੇ ਮਿਲਿਆ ਕਰਨੇ ਨੇ। ਤੁਹਾਡੇ ਟੋਟਲ 60 ਪੁਆਇੰਟ ਹੋ ਗਏ। 10 ਨੰਬਰ ਜਿਹੜੇ ਬਾਕੀ ਨੇ ਉਹ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੇ ਹੋ ਗਏ। ਕਿਤੇ ਨਾ ਕਿਤੇ ਜਿਹੜੇ ਲਾਸਟ ਜਿਹੜੇ 10 ਨੰਬਰ ਦੱਸੇ ਨੇ ਕਿਉਂਕਿ 60 ਨੰਬਰ ਆਪਣੇ ਬਣ ਗਏ ਡਾਕੂਮੈਂਟਸ ਦੇ ਔਰ ਕੈਸ਼ ਦੇ। ਜਿਹੜੇ 10 ਨੰਬਰ ਅਖੀਰਲੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੇ ਮੰਗੇ ਗਏ ਨੇ ਉਹ ਸਿਰਫ ਇਸ ਕਰਕੇ ਮੰਗੇ ਗਏ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਆਪਣੇ ਬੱਚੇ ਨੇ, ਕਿਉਂਕਿ ਯੂਕੇ ਨਾ ਇਸ ਤਰੀਕੇ ਨਾਲ ਪ੍ਰਮੋਟ ਹੋਣ ਲੱਗ ਗਿਆ ਸੀ ਕਿ ਜੇ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗਦਾ ਤੁਸੀਂ ਯੂਕੇ ਅਪਲਾਈ ਕਰ ਲਓ, ਯੂਕੇ ਦਾ ਵੀਜ਼ਾ ਆ ਜਾਊਗਾ। ਜੇ ਤੁਸੀਂ ਪੜ੍ਹੇ ਲਿਖੇ ਨਹੀਂ ਹੈਗੇ ਤਾਂ ਵੀ ਯੂਕੇ ਦਾ ਵੀਜ਼ਾ ਆ ਜਾਊਗਾ। ਯਾਨੀ ਕਿ ਘੱਟ ਪੜ੍ਹਾਈ ਲਿਖਾਈ ਵਾਲਿਆਂ ਨੂੰ ਵੀ ਯੂਕੇ ਦਾ ਅਪਰੋਚ ਕੀਤੀ ਜਾਣ ਲੱਗ ਗਈ ਸੀ ਕਿ ਯੂਕੇ ਦਾ ਵੀਜ਼ਾ ਤਾਂ ਬਹੁਤ ਈਜ਼ੀ ਹੈ, ਵੀਜ਼ਾ ਲੱਗ ਹੀ ਜਾਣਾ। ਪਰ ਯੂਕੇ ਦਾ ਵੀਜ਼ਾ ਵਿਦਾਊਟ ਆਇਲਸ ਜ਼ਰੂਰ ਸੀਗਾ ਪਰ ਵਿਦਾਊਟ ਇੰਗਲਿਸ਼ ਕਦੇ ਵੀ ਨਹੀਂ ਸੀ। ਡੇ 1 ਤੋਂ ਇੰਗਲਿਸ਼ ਹੋਣੀ ਲਾਜ਼ਮੀ ਸੀ ਔਰ ਇੰਗਲਿਸ਼ ਹੋਣੀ ਹੀ ਨਹੀਂ, ਇੰਗਲਿਸ਼ ਦੇ ਵਿੱਚ ਤੁਹਾਨੂੰ ਬੋਲਣਾ ਲਿਖਣਾ ਪੜ੍ਹਨਾ ਇੰਗਲਿਸ਼ ਜਦ ਤੱਕ ਨਹੀਂ ਆਊਗੀ ਉਦੋਂ ਤੱਕ ਤੁਸੀਂ ਕਿਸੇ ਕੰਟਰੀ 'ਚ ਜਾ ਕੇ ਇੰਗਲਿਸ਼ ਵਿੱਚ ਪੜ੍ਹਾਈ ਨਹੀਂ ਕਰ ਪਾਓਗੇ। ਸੋ ਯੂਕੇ ਦੇ ਵਿੱਚ ਵੀ ਇੱਦਾਂ ਸੀ ਕਿ ਤੁਹਾਨੂੰ ਇੰਗਲਿਸ਼ ਬੋਲਣੀ ਲਿਖਣੀ ਅਤੇ ਪੜ੍ਹਨੀ ਆਉਣੀ ਚਾਹੀਦੀ ਸੀ। ਹੁਣ ਅੰਬੈਸੀ ਵੱਲੋਂ ਇੱਕ ਰੂਲ ਹੋ ਗਿਆ ਪ੍ਰੋਪਰ ਕਿ 10 ਪੁਆਇੰਟ ਤੁਹਾਡੇ ਇੰਗਲਿਸ਼ ਦੇ ਨਾਲ ਲੱਗਣਗੇ। ਉਹੀ ਸਟੂਡੈਂਟ ਅਪਲਾਈ ਕਰ ਸਕਣਗੇ, ਵੀਜ਼ਾ ਲੈ ਸਕਣਗੇ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਲਿਖਣੀ ਜਾਂ ਪੜ੍ਹਨੀ ਆਉਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਇੰਗਲਿਸ਼ ਬੋਲਣੀ ਲਿਖਣੀ ਜਾਂ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੂੰ ਡੇ 1 ਤੋਂ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਜੇਕਰ ਤੁਸੀਂ ਇੰਗਲਿਸ਼ ਬੋਲਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਪ੍ਰੋਪਰ ਸਹੀ ਨਹੀਂ ਹੈਗੇ ਤਾਂ ਕੱਲ੍ਹ ਨੂੰ ਆਪਾਂ ਜਦੋਂ ਫੋਰ ਐਗਜ਼ਾਮਪਲ ਕਿਸੇ ਬੱਚੇ ਦਾ ਵੀਜ਼ਾ ਲੱਗ ਵੀ ਜਾਂਦਾ ਤਾਂ ਉੱਥੇ ਜਾ ਕੇ ਬੱਚਾ ਕਮਿਊਨੀਕੇਟ ਕਿਸ ਤਰੀਕੇ ਨਾਲ ਕਰੂਗਾ, ਉੱਥੇ ਪੜ੍ਹਾਈ ਕਿਸ ਤਰੀਕੇ ਨਾਲ ਕਰੂਗਾ। ਜੇ ਪੜ੍ਹਾਈ ਤੋਂ ਇਲਾਵਾ ਜੇ ਆਪਾਂ ਜੌਬ ਦੀ ਗੱਲ ਕਰੀਏ ਬੱਚਾ ਜੌਬ ਕਿਸ ਤਰੀਕੇ ਨਾਲ ਕਰੂਗਾ। ਕੋਈ ਸ਼ੌਪ ਤੋਂ ਬੱਚੇ ਨੇ ਆਪਣਾ ਖੁਦ ਦਾ ਗਰੋਸਰੀ ਦਾ ਸਮਾਨ ਲੈਣ ਜਾਣਾ ਜਾਂ ਕੋਈ ਗਾਰਮੈਂਟਸ ਦੇ ਸ਼ੌਪ 'ਤੇ ਜਾਣਾ, ਤੁਸੀਂ ਸ਼ੌਪਿੰਗ ਕਰਨ ਜਾਣਾ, ਤੁਸੀਂ ਕਿਸ ਤਰੀਕੇ ਨਾਲ ਕਮਿਊਨੀਕੇਟ ਕਰੋਗੇ ਜੇਕਰ ਤੁਹਾਨੂੰ ਇੰਗਲਿਸ਼ ਲੈਂਗੁਏਜ ਤੁਹਾਨੂੰ ਬੋਲਣੀ ਨਹੀਂ ਆਊਗੀ। ਸੋ ਇਸ ਕਰਕੇ ਹੁਣ ਅੰਬੈਸੀ ਨੇ ਕਿਤੇ ਨਾ ਕਿਤੇ 10 ਪੁਆਇੰਟ ਕਲੀਅਰਲੀ ਮੈਂਸ਼ਨ ਕਰ ਦਿੱਤੇ ਕਿ ਤੁਹਾਨੂੰ 10 ਪੁਆਇੰਟ ਇੰਗਲਿਸ਼ ਦੇ ਲੱਗਿਆ ਕਰਨਗੇ। ਸੋ ਉਹਨੂੰ ਕਲੈਰਿਟੀ ਦੇ ਲਈ ਵੀ ਆਪਾਂ ਨੂੰ ਚਾਹੀਦਾ ਹੋਊਗਾ ਆਪਣੇ ਕੈਸ਼ ਦੇ ਵਿੱਚ ਇੱਕ ਰਿਕੁਆਇਰਮੈਂਟ ਵੱਧ ਗਈ ਕਿ ਇੰਗਲਿਸ਼ ਲੈਂਗੁਏਜ ਦੀ ਅਸੈਸਮੈਂਟ ਕਿਵੇਂ ਹੋਈ ਹੈ, ਕਲੀਅਰ ਕਿਵੇਂ ਹੋਇਆ। ਉਹਦੇ ਲਈ ਵੀ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਵੱਲੋਂ ਕਿਤੇ ਨਾ ਕਿਤੇ ਇੰਟਰਵਿਊਜ਼ ਜਿਹੜੇ ਬੱਚਿਆਂ ਦੇ ਨੰਬਰਸ ਜਿਹੜੇ ਘੱਟ ਹੋਣਗੇ ਇੰਗਲਿਸ਼ ਦੇ ਵਿੱਚ ਜਿਨ੍ਹਾਂ ਦੀ ਆਇਲਸ ਨਹੀਂ ਹੋਊਗੀ ਉਹਨਾਂ ਬੱਚਿਆਂ ਨੂੰ ਇੰਟਰਵਿਊ ਕਿਤੇ ਨਾ ਕਿਤੇ ਮੈਂਡੇਟਰੀ ਕਲੀਅਰ ਕਰਨਾ ਪਊਗਾ। ਪਰ ਇੰਟਰਵਿਊ ਦੇ ਨਾਂ 'ਤੇ ਵੀ ਸਾਡੇ ਕਾਫੀ ਬੱਚੇ ਘਬਰਾਉਂਦੇ ਨੇ। ਆਪਣੇ ਬੱਚਿਆਂ ਦਾ ਇੱਕ ਮਿੱਥ ਹੁੰਦਾ ਕਿ ਜੇ ਯੂਨੀਵਰਸਿਟੀ ਨੇ ਮੇਰੇ ਤੋਂ ਇੰਟਰਵਿਊ ਲੈ ਲਿਆ ਪਤਾ ਨਹੀਂ ਯੂਨੀਵਰਸਿਟੀ ਇੱਦਾਂ ਦਾ ਕੀ ਪੁੱਛੂਗੀ ਜਿਹਦਾ ਮੇਰੇ ਤੋਂ ਜਵਾਬ ਨਹੀਂ ਦੇ ਹੋਣਾ ਔਰ ਮੈਂ ਇੰਟਰਵਿਊ 'ਚ ਫੇਲ ਹੋ ਗਿਆ ਤਾਂ ਮੇਰਾ ਆਫਰ ਲੈਟਰ ਕੈਂਸਲ ਹੋ ਜਾਣਾ। ਸੋ ਮੈਂ ਇੱਕ ਗੱਲ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਟਰਵਿਊ ਤੋਂ ਕਦੇ ਵੀ ਨਾ ਘਬਰਾਇਆ ਕਰੋ। ਇੰਟਰਵਿਊ ਕੋਈ ਘਬਰਾਉਣ ਵਾਲੀ ਚੀਜ਼ ਨਹੀਂ ਹੁੰਦੀ। ਇੰਟਰਵਿਊ 'ਚ ਹਮੇਸ਼ਾ ਇੱਕ ਯੂਨੀਵਰਸਿਟੀ ਵੀ ਜਾਂ ਕੋਈ ਅੰਬੈਸੀ ਵੀ ਜਾਂ ਕੋਈ ਵੀ ਜਦੋਂ ਆਪਾਂ ਫੋਰਨ ਕੰਟਰੀ ਕਿਸੇ ਅਪਲਾਈ ਕਰਦੇ ਜਾਂ ਆਪਣਾ ਕੋਈ ਵੀ ਇੰਟਰਵਿਊ ਹੁੰਦਾ ਤਾਂ ਕਦੀ ਵੀ ਆਪਣੇ ਤੋਂ ਇਲਾਵਾ ਗੱਲਾਂ ਨਹੀਂ ਪੁੱਛੀਆਂ ਜਾਂਦੀਆਂ। ਜੋ ਇੱਕ ਪਰਸਨ ਅਪਲਾਈ ਕਰਦਾ, ਫੋਰ ਐਗਜ਼ਾਮਪਲ ਮੈਂ ਕਿਸੇ XYZ ਯੂਨੀਵਰਸਿਟੀ ਦਾ ਅਪਲਾਈ ਕੀਤਾ ਹੈ, ਜੇ ਕੋਈ ਯੂਨੀਵਰਸਿਟੀ ਦਾ ਰਿਪਰੈਜ਼ੈਂਟੇਟਿਵ ਮੇਰਾ ਇੰਟਰਵਿਊ ਲਊਗਾ ਤਾਂ ਮੇਰੇ ਤੋਂ ਇਹੀ ਚੀਜ਼ਾਂ ਪੁੱਛੂਗਾ ਕਿ ਤੁਸੀਂ ਇਹ ਕੰਟਰੀ ਕਿਉਂ ਚੂਜ਼ ਕੀਤੀ, ਇਸ ਤੋਂ ਇਲਾਵਾ ਤੁਹਾਡੇ ਕੋਲ ਕੈਨੇਡਾ ਆਪਸ਼ਨ ਹੈ, ਆਸਟ੍ਰੇਲੀਆ ਆਪਸ਼ਨ, ਤੁਸੀਂ ਉੱਥੇ ਕਿਉਂ ਨਹੀਂ ਗਏ, ਜਾਂ ਤੁਸੀਂ ਇਹ ਯੂਨੀਵਰਸਿਟੀ ਹੀ ਚੂਜ਼ ਕਿਉਂ ਕੀਤੀ, ਜਾਂ ਇੱਕ ਪ੍ਰੋਪਰ ਜਿਹੜਾ ਇਹ ਕੋਰਸ ਤੁਸੀਂ ਬਿਜ਼ਨਸ ਦਾ ਹੈ ਜਾਂ ਕੰਪਿਊਟਰ ਦਾ ਹੈ ਜਾਂ ਕੋਈ ਮਕੈਨੀਕਲ ਦਾ ਹੈ ਜਾਂ ਕੋਈ ਮੈਡੀਕਲ ਦਾ ਹੈ ਜਾਂ ਕੋਈ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਵੀ ਕੋਰਸ ਹੈ, ਤੁਸੀਂ ਇਹ ਕੋਰਸ ਮੈਂਸ਼ਨ ਕਰਤਾ ਕਿ ਮੈਂ ਕੋਰਸ ਲੈਣਾ। ਤੁਹਾਡੇ ਤੋਂ ਰਿਪਰੈਜ਼ੈਂਟੇਟਿਵ ਇਹੀ ਪੁੱਛ ਸਕਦਾ ਹੈ ਕਿ ਤੁਸੀਂ ਇਹ ਕੋਰਸ ਕਿਉਂ ਲੈਣਾ ਹੈ, ਤੁਹਾਡੇ ਫਿਊਚਰ ਪਲਾਨਸ ਕੀ ਨੇ, ਤੁਸੀਂ ਇਹ ਕੋਰਸ ਤੋਂ ਬਾਅਦ ਕੀ ਸੋਚਦੇ ਹੋ ਕਿ ਕਿਸ ਤਰੀਕੇ ਨਾਲ ਕੰਮ ਕਰ ਪਾਓਗੇ, ਤੁਸੀਂ ਇੰਡੀਆ 'ਚ ਦੁਬਾਰਾ ਆਪਣਾ ਕੋਈ ਕੰਮ ਕਰੋਗੇ ਜਾਂ ਤੁਸੀਂ ਯੂਕੇ ਵਿੱਚ ਰਹਿਣਾ ਚਾਹੋਗੇ। ਇਸ ਤਰੀਕੇ ਦੇ ਆਪਣੇ ਤੋਂ ਰਿਲੇਟਡ ਤੁਹਾਡੇ ਕੋਰਸ ਤੋਂ, ਤੁਹਾਡੀ ਯੂਨੀਵਰਸਿਟੀ ਤੋਂ, ਤੁਹਾਡੇ ਕਾਲਜ ਤੋਂ, ਤੁਹਾਡੇ ਇੱਕ ਨਿੱਜੀ ਜ਼ਿੰਦਗੀ ਤੋਂ ਰਿਲੇਟਡ ਹੀ ਕੁਐਸਚਨ ਹੋਣੇ ਨੇ। ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕੋਈ ਵੀ ਇਸ ਤਰੀਕੇ ਦੇ ਕੁਐਸਚਨ ਨਹੀਂ ਹੋਣਗੇ ਕਿ ਤੁਸੀਂ ਕਿਉਂ ਤੁਹਾਨੂੰ ਕੋਈ ਉਲਝਾਉਣ ਵਾਲਾ ਕੰਮ ਹੋਊਗਾ
ਸੋ ਇੰਟਰਵਿਊ ਲਈ ਪ੍ਰਪੇਅਰ ਹੋਣਾ ਜ਼ਰੂਰੀ ਵੀ ਹੁੰਦਾ, ਔਰ ਬੱਚੇ ਨੂੰ ਇੰਟਰਵਿਊ ਮੇਰੇ ਹਿਸਾਬ ਨਾਲ ਕਲੀਅਰ ਕਰਨੀ ਮੈਂਡੇਟਰੀ ਹੋਣੀ ਵੀ ਚਾਹੀਦੀ ਹੈ। ਕਿਤੇ ਨਾ ਕਿਤੇ ਜਿਹੜੇ ਬੱਚੇ ਆਪਣੇ ਪੁਰਾਣੇ ਗਏ ਨੇ, ਇੱਕ ਨਵੇਂ ਜਾਣ ਵਾਲੇ ਬੱਚਿਆਂ ਦਾ ਮਾਹੌਲ ਉੱਥੇ ਤਾਂ ਖਰਾਬ ਹੁੰਦਾ ਕਿ ਆਪਣੇ ਇੱਕ ਬੱਚੇ ਉੱਥੇ ਗਏ ਨੇ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਲਿਖਣੀ ਜਾਂ ਪੜ੍ਹਨੀ ਨਹੀਂ ਸੀ ਆਉਂਦੀ। ਸੋ ਜੇਕਰ 에ਅਰਪੋਰਟ ਅਥਾਰਟੀ ਕੋਈ ਕੁਐਸਚਨ ਕਰਦੇ ਨੇ ਉਹਦਾ ਜਵਾਬ ਨਹੀਂ ਆਉਂਦਾ, ਜੋ ਕਲੀਅਰ ਕਰਕੇ ਅੱਗੇ ਪਹੁੰਚ ਜਾਂਦੇ ਨੇ, ਜਿਹੜੇ ਕਾਲਜ 'ਚ ਯੂਨੀਵਰਸਿਟੀ ਨੂੰ ਪੜ੍ਹਾਇਆ ਜਾਂਦਾ ਉਹਨਾਂ ਨੂੰ ਪ੍ਰੋਪਰ ਸਮਝ ਨਹੀਂ ਆਉਂਦੀ, ਉਸ ਤੋਂ ਬਾਅਦ ਉਹ ਬੱਚਿਆਂ ਨੂੰ ਜੌਬ ਦੇ ਵਿੱਚ ਪ੍ਰੋਬਲਮ ਆਉਂਦੀ ਸੀ। ਔਰ ਇੱਦਾਂ ਦੇ ਬੱਚੇ ਇੱਕ ਕਿਤੇ ਨਾ ਕਿਤੇ ਮਿੱਥ ਬਣ ਜਾਂਦੇ ਕਿ ਉੱਥੇ ਜੌਬ ਨਹੀਂ ਹੈਗੀ, ਉੱਥੇ ਪੜ੍ਹਾਈ ਚੰਗੀ ਨਹੀਂ ਹੈਗੀ। ਉਹ ਸਿਰਫ ਉਹਨਾਂ ਬੱਚਿਆਂ ਨੂੰ ਮੁਸ਼ਕਲਾਂ ਆਉਂਦੀਆਂ ਸੀ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਲਿਖਣੀ ਪੜ੍ਹਨੀ ਨਹੀਂ ਸੀ ਆਉਂਦੀ। ਉਹਨਾਂ ਬੱਚਿਆਂ ਦੇ ਨੈਗੇਟਿਵ ਰਿਵਿਊ ਕਰਕੇ ਕਈ ਬੱਚੇ ਸਾਡੇ ਖਰਾਬ ਹੁੰਦੇ ਨੇ। ਸਾਡੇ ਇੱਕ ਬੱਚੇ ਇੱਥੇ ਬਹਿ ਕੇ ਸੋਚਣ ਲੱਗ ਜਾਂਦੇ ਨੇ ਕਿ ਸ਼ਾਇਦ ਉੱਥੇ ਇਹ ਚੀਜ਼ ਨਹੀਂ ਹੋਣੀ, ਅਸੀਂ ਜਾਵਾਂਗੇ ਤਾਂ ਸ਼ਾਇਦ ਸਾਨੂੰ ਆਹ ਚੀਜ਼ ਉੱਥੇ ਨਾ ਮਿਲੇ, ਸਾਨੂੰ ਪੜ੍ਹਾਈ ਨਾ ਪ੍ਰੋਪਰ ਹੋਏ, ਸਾਨੂੰ ਕੰਮ ਕਰਨਾ ਮਿਲੇ। ਸੋ ਤੁਹਾਨੂੰ ਜੇਕਰ ਇੰਗਲਿਸ਼ ਕੰਟਰੀ ਕਿਸੇ ਵੀ ਜਾਂਦੇ ਹੋ, ਇੰਗਲਿਸ਼ ਬੋਲਣੀ ਲਿਖਣੀ ਪੜ੍ਹਨੀ ਲਾਜ਼ਮੀ ਆਉਣੀ ਚਾਹੀਦੀ। ਇੱਥੇ ਇਸੇ ਕਰਕੇ ਕਿਤੇ ਨਾ ਕਿਤੇ ਐਮਬੈਸੀ ਵੱਲੋਂ ਇੱਕ ਰੂਲ ਆਇਆ, ਔਰ ਰੂਲਸ ਤੋਂ ਬਾਅਦ ਵੀ ਤੁਸੀਂ ਜਨਵਰੀ ਇਨਟੇਕ ਦੇ ਲਈ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ, ਜਨਵਰੀ ਇਨਟੇਕ ਦੇ ਐਡਮਿਸ਼ਨ ਸਟਾਰਟ ਹੋ ਚੁੱਕੇ ਨੇ, ਔਰ ਕਿਤੇ ਨਾ ਕਿਤੇ ਡੈਡਲਾਈਨਸ ਵੀ ਬਹੁਤ ਜਲਦੀ ਨੇੜੇ ਆ ਜਾਣੇ ਜਨਵਰੀ ਦੀਆਂ, ਕਿਉਂਕਿ ਯੂਕੇ ਦੇ ਵਿੱਚ ਇਸ ਟਾਈਮ ਰਸ਼ ਬਹੁਤ ਹੈ। ਕਾਫੀ ਜ਼ਿਆਦਾ ਬੱਚੇ ਨੇ ਜਿਹੜੇ ਯੂਕੇ ਅਪਲਾਈ ਕਰਨਾ ਚਾਹੁੰਦੇ ਸੀ, ਕਿਉਂਕਿ ਪਹਿਲਾਂ ਇੱਕ ਯੂਕੇ ਦਾ ਮਿੱਥ ਸੀ ਕਿ 2015-16 ਪਾਸਆਊਟ ਬੱਚੇ ਕਰਦੇ ਸੀ, ਜਿਨ੍ਹਾਂ ਦੀ ਕੈਨੇਡਾ ਆਸਟ੍ਰੇਲੀਆ ਤੋਂ ਰਿਫਿਊਜ਼ਲ ਸੀ ਉਹ ਬੱਚੇ ਕਰਦੇ ਸੀ। ਪਰ ਹੁਣ ਕਿਤੇ ਨਾ ਕਿਤੇ ਜਿਵੇਂ ਆਸਟ੍ਰੇਲੀਆ ਦੇ ਹਜੇ ਫਲਾਈਟਸ ਨਹੀਂ ਸਟਾਰਟ ਹੋਈਆਂ, ਜਾਂ ਜੇ ਕੈਨੇਡਾ ਦੀ ਗੱਲ ਕਰੀਏ ਆਪਾਂ, ਅਜੇ ਪਹਿਲਾਂ AIP ਆਉਣੀ ਹੈ, 2 ਪ੍ਰੋਸੈਸ 'ਚ ਵੀਜ਼ਾ ਹੋ ਗਿਆ, ਬੱਚੇ ਨੂੰ ਪਹਿਲਾਂ ਇੰਡੀਆ ਆਨਲਾਈਨ ਸਟੱਡੀ ਕਰਨੀ ਪੈਣੀ ਹੈ। ਪਰ ਯੂਕੇ ਦੇ ਵਿੱਚ ਬੱਚੇ ਜਾ ਰਹੇ ਨੇ। ਲਾਸਟ ਸ਼ੋਅ ਤੁਸੀਂ ਦੇਖਿਆ ਕਿ ਸਾਡੇ ਬੱਚੇ ਆਲਰੇਡੀ ਯੂਕੇ ਦੇ ਵਿੱਚ ਪਹੁੰਚ ਚੁੱਕੇ ਨੇ, ਬੱਚੇ ਉੱਥੇ ਜਾ ਕੇ ਸਟੱਡੀ ਉਹਨਾਂ ਦੀ ਸਟਾਰਟ ਹੋ ਚੁੱਕੀ ਹੈ, ਬੱਚਿਆਂ ਦੀ ਆਨਲਾਈਨ ਸਟੱਡੀ ਵੀ ਸਟਾਰਟ ਹੈ, ਔਰ ਬੱਚਿਆਂ ਦੀ ਔਨ ਕੈਂਪਸ ਵੀ ਬੱਚਿਆਂ ਦੀ ਸਟੱਡੀ ਹੋ ਰਹੀ ਹੈ। ਸੋ ਯੂਕੇ ਜਾਣਾ ਚਾਹੁੰਦੇ ਹੋ, ਜਨਵਰੀ ਇਨਟੇਕ ਦੇ ਲਈ +2 ਪਾਸ ਆਊਟ ਹੋਣੇ ਲਾਜ਼ਮੀ ਹੋ। +2 ਦੇ ਵਿੱਚ ਘੱਟੋ ਘੱਟ ਇੰਗਲਿਸ਼ ਸਬਜੈਕਟ ਦੇ ਵਿੱਚ 65% ਨੰਬਰ ਹੈ, ਤਾਂ ਵਿਦਆਊਟ ਆਇਲਸ ਤੁਸੀਂ ਹੁਣ ਵੀ ਜਨਵਰੀ ਇਨਟੇਕ ਦਾ ਯੂਕੇ ਲਈ ਅਪਲਾਈ ਕਰ ਸਕਦੇ ਹੋ। ਬਿਲਕੁਲ, ਕਾਫੀ ਆਪਾਂ ਇਨਫੋਰਮੇਸ਼ਨ ਹੋਰ ਵੀ ਤੁਹਾਡੇ ਤੋਂ ਲੈਣਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਦੇ ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੁੰਦੇ ਪਏ ਨੇ। ਤੁਸੀਂ ਉਹ ਨੰਬਰ ਡਾਇਲ ਕਰੋ, ਜੇ ਕੋਈ ਵੀ ਕੁਐਸਚਨ ਹੈਗਾ ਤੁਸੀਂ ਉਹਨਾਂ ਨੰਬਰਸ ਤੇ ਗੱਲਬਾਤ ਕਰ ਸਕਦੇ ਹੋ, ਤੇ ਜਤਿੰਦਰ ਜੀ ਵੀ ਤੁਹਾਡੇ ਨਾਲ ਪਰਸਨਲੀ ਗੱਲਬਾਤ ਕਰਨਗੇ ਜੇ ਤੁਸੀਂ ਇਹਨਾਂ ਤੋਂ ਗਾਈਡੈਂਸ ਲੈਣੀ ਹੈਗੀ ਆ। ਜਤਿੰਦਰ ਜੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਪਹਿਲਾਂ 40 ਪੁਆਇੰਟਸ ਸੀਗੇ, ਹੁਣ 70 ਹੋ ਚੁੱਕੇ ਨੇ, ਸੋ ਕਿਤੇ ਨਾ ਕਿਤੇ ਵਿਦਆਊਟ ਆਇਲਸ ਸਾਡੇ ਹਲੇ ਵੀ ਚਾਂਸਸ ਨੇ ਜੇ ਸਾਡੇ ਇੰਗਲਿਸ਼ ਦੇ ਵਿੱਚ ਵਧੀਆ ਨੰਬਰ ਹੈਗੇ ਨੇ, ਰਾਈਟ? ਬਟ ਜੇ ਮੈਂ ਸਪਾਊਸ ਦੀ ਗੱਲ ਕਰਾਂ, ਸਪਾਊਸ ਨੂੰ ਵੀ ਓਨਾ ਹੀ ਜ਼ਿਆਦਾ ਡਿਫਿਕਲਟ ਹੋਏਗਾ ਜਾਂ ਉਹਦੇ ਲਈ ਕੁਝ ਡਿਫਰੈਂਟ ਹੋਏਗਾ? ਨਹੀਂ ਮੈਮ, ਸਪਾਊਸ ਕੇਸ ਦੇ ਵਿੱਚ ਕੋਈ ਇਸ ਤਰੀਕੇ ਦਾ ਨਹੀਂ ਹੈਗਾ ਕਿ ਜੇਕਰ ਮੇਨ ਐਪਲੀਕੈਂਟ ਜਾ ਰਿਹਾ ਤਾਂ ਉਹਦੇ ਸਪਾਊਸ ਦਾ ਕੋਈ ਇੰਗਲਿਸ਼ ਟੈਸਟ ਹੋਣਾ ਹੈ, ਉਹਦੇ ਸਪਾਊਸ ਦਾ ਕੋਈ ਇੰਟਰਵਿਊ ਹੋਣਾ ਹੈ। ਇਸ ਤਰੀਕੇ ਨਾਲ ਬਿਲਕੁਲ ਨਹੀਂ ਹੋਣਾ। ਤੁਸੀਂ ਜੇਕਰ ਇੱਥੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਾਂ ਮਾਸਟਰਸ ਵੀ ਕੀਤੀ ਹੋਈ ਹੈ, ਤੁਸੀਂ ਉੱਥੇ ਜਾ ਕੇ ਮਾਸਟਰਸ ਕਰਨਾ ਚਾਹੁੰਦੇ ਹੋ, ਤੁਸੀਂ ਡੇ 1 ਤੋਂ ਆਪਣੇ ਸਪਾਊਸ ਨੂੰ ਔਰ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਕੋਈ ਵੀ ਐਕਸਟਰਾ ਚੀਜ਼ਾਂ ਨਹੀਂ ਦਿਖਾਉਣੀਆਂ ਪੈਣੀਆਂ। ਤੁਹਾਨੂੰ ਮੈਰਿਜ ਦੇ ਪ੍ਰੋਪਰ ਐਵੀਡੈਂਸ ਤੁਹਾਡੇ ਚਾਹੀਦੇ ਨੇ। ਮੈਰਿਜ ਨਵੀਂ ਪੁਰਾਣੀ ਦਾ ਕੋਈ ਇਹ ਨਹੀਂ ਹੈਗਾ, ਤੁਹਾਡੀ ਮੈਰਿਜ 5 ਸਾਲ ਜਾਂ 2 ਸਾਲ 4 ਸਾਲ ਪੁਰਾਣੀ ਹੋਣੀ ਚਾਹੀਦੀ ਹੈ। ਤੁਹਾਡੀ ਮੈਰਿਜ ਨਵੀਂ ਹੈ, ਤੁਸੀਂ ਤਾਂ ਵੀ ਜਾ ਸਕਦੇ ਹੋ, ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। ਤੁਹਾਡਾ ਸਪਾਊਸ ਬਿਲਕੁਲ ਵੀ ਨਹੀਂ ਪੜ੍ਹਿਆ ਲਿਖਿਆ ਤਾਂ ਵੀ ਜਾ ਸਕਦਾ। ਤੁਹਾਡੇ ਸਪਾਊਸ ਦੀ ਕਿਸੇ ਕੰਟਰੀ ਦੀ ਰਿਫਿਊਜ਼ਲ ਹੈ ਤਾਂ ਵੀ ਜਾ ਸਕਦਾ। ਸਪਾਊਸ ਇੱਧਰ ਕੋਈ ਕੰਮ ਕਰ ਨਹੀਂ ਕਰ ਰਿਹਾ ਤਾਂ ਵੀ ਜਾ ਸਕਦਾ। ਕਿਉਂਕਿ ਕਿਤੇ ਨਾ ਕਿਤੇ ਮਿੱਥ ਹੁੰਦੀ ਹੈ ਕਿ ਸਪਾਊਸ ਜਾਂ ਤਾਂ ਗ੍ਰੈਜੂਏਟ ਹੋਣਾ ਲਾਜ਼ਮੀ ਹੈ, ਜਾਂ ਸਪਾਊਸ ਇੱਥੇ ਕੋਈ ਕੰਮ ਕਰਦਾ ਹੋਏ ਇਨਕਮ ਟੈਕਸ ਦੇ ਰਿਟਰਨਾਂ ਹੋਣੀਆਂ ਲਾਜ਼ਮੀ ਨੇ, ਜਾਂ ਸਪਾਊਸ ਦਾ ਇੱਧਰ ਕੋਈ ਬਿਜ਼ਨਸ ਹੋਣਾ ਲਾਜ਼ਮੀ ਹੈ, ਜਾਂ ਸਪਾਊਸ ਇੱਕ ਫ੍ਰੀ ਨਹੀਂ ਹੋਣਾ ਚਾਹੀਦਾ, ਜੌਬ ਕਰਦਾ ਹੋਣਾ ਚਾਹੀਦਾ, ਤਾਂ ਸਪਾਊਸ ਉੱਥੇ ਜਾ ਸਕਦਾ ਹੈ। ਸੋ ਸਪਾਊਸ ਦੀਆਂ ਕੋਈ ਵੀ ਰਿਕੁਆਇਰਮੈਂਟ ਨਹੀਂ ਹੈਗੀਆਂ। ਸਪਾਊਸ ਲਈ ਸਿਰਫ ਤੁਸੀਂ ਐਕਸਟਰਾ ਲਿਵਿੰਗ ਐਕਸਪੈਂਸ ਸ਼ੋ ਕਰਨੇ ਨੇ। ਇਸ ਤੋਂ ਇਲਾਵਾ ਦੂਜੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਕਿ ਤੁਹਾਡਾ ਸਪਾਊਸ ਡੇ 1 ਤੋਂ ਤੁਹਾਡੇ ਨਾਲ ਯੂਕੇ ਦੇ ਵਿੱਚ ਟਰੈਵਲ ਕਰ ਸਕਦਾ। ਜਿੰਨਾ ਵੀਜ਼ਾ ਮੇਨ ਐਪਲੀਕੈਂਟ ਦਾ ਹੋਊਗਾ ਉਨਾ ਹੀ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਲੱਗੂਗਾ, ਔਰ ਉਹਨੂੰ ਫੁੱਲ ਟਾਈਮ ਜਿਹੜੇ ਵਰਕ ਰਾਈਟਸ ਹੋਣਗੇ ਉਹ ਯੂਕੇ ਦੇ ਵਿੱਚ ਅਲਾਉਡ ਹੋਣਗੇ। ਮਤਲਬ ਸਪਾਊਸ ਵੀ ਕੰਮ ਕਰ ਪਾਏਗਾ, ਇਦਾਂ ਨਹੀਂ ਹੈਗਾ ਸਿਰਫ ਮੇਨ ਐਪਲੀਕੈਂਟ? ਜਿੱਥੇ ਮੈਂ ਮੇਨ ਐਪਲੀਕੈਂਟ ਦਾ ਇਹ ਹੈ ਕਿ ਮੇਨ ਐਪਲੀਕੈਂਟ ਜਦੋਂ ਯੂਕੇ 'ਚ ਜਾਂਦਾ ਤਾਂ ਜਿਹੜਾ ਵੀਕਲੀ ਵਰਕ ਪਰਮਿਟ ਹੁੰਦਾ ਉਹ 20 ਆਵਰਸ ਵੀਕਲੀ ਕਰ ਸਕਦਾ ਸਟੱਡੀ ਦੇ ਨਾਲ ਨਾਲ। ਫੋਰ ਐਗਜ਼ਾਮਪਲ, ਉਹ ਬੱਚਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਡੇਲੀ 4 ਘੰਟੇ ਕੰਮ ਕਰਦਾ ਤਾਂ ਉਹਦੇ 20 ਘੰਟੇ ਬਣਦੇ ਨੇ। ਉਹਨੂੰ 20 ਘੰਟੇ ਤੋਂ ਵੱਧ ਜੇ ਕਰੂਗਾ ਬੱਚਾ ਕੰਮ ਤਾਂ ਕਿਤੇ ਨਾ ਕਿਤੇ ਇਲੀਗਲ ਮੰਨਿਆ ਜਾਂਦਾ ਹੈ। ਪਰ ਜਿਹੜਾ ਸਪਾਊਸ ਉਹਦਾ ਨਾਲ ਜਾ ਰਿਹਾ, ਡਿਪੈਂਡੈਂਟ ਜਾ ਰਿਹਾ, ਉਹਨੂੰ ਡਿਪੈਂਡੈਂਟ ਵੀਜ਼ਾ ਮਿਲੂਗਾ ਅੰਡਰ ਟੀਅਰ 4 ਕੈਟਾਗਰੀ ਦੇ, ਉਹਨੂੰ ਮਿਲੂਗਾ। ਜਿੱਥੇ ਸਟੂਡੈਂਟ ਵੀਜ਼ੇ ਨੂੰ ਆਪਾਂ ਜਨਰਲ ਕੈਟਾਗਰੀ ਟੀਅਰ 4 ਆਉਂਦੀ ਹੈ, ਉੱਥੇ ਹੀ ਡਿਪੈਂਡੈਂਟ ਦੀ ਕੈਟਾਗਰੀ ਵੀ ਟੀਅਰ 4 ਡਿਪੈਂਡੈਂਟ ਆਊਗੀ। ਸੋ ਜਿੰਨਾ ਵੀਜ਼ਾ ਮੇਨ ਐਪਲੀਕੈਂਟ ਦਾ ਹੋਊਗਾ ਉਹਨਾਂ ਵੀਜ਼ਾ ਸਪਾਊਸ ਦਾ ਹੋਊਗਾ। ਪਰ ਵਰਕ ਰਾਈਟਸ ਦੇ ਵਿੱਚ ਫਰਕ ਹੋਊਗਾ। ਜਿੱਥੇ ਸਟੂਡੈਂਟ ਦੇ ਲਿਮਿਟਸ ਉੱਥੇ ਲਿਖ ਕੇ ਹੋਣਗੇ ਕਿ 20 ਆਵਰਸ ਨੇ, ਉੱਥੇ ਹੀ ਜਿਹੜਾ ਸਪਾਊਸ ਹੈ ਉਹਨੂੰ ਫੁੱਲ ਟਾਈਮ ਦੇ ਵਰਕ ਰਾਈਟਸ ਹੋਣਗੇ ਯੂਕੇ ਦੇ ਵਿੱਚ। ਅੱਛਾ, ਜਨਵਰੀ ਇਨਟੇਕ ਦੀ ਤੁਸੀਂ ਗੱਲ ਕੀਤੀ ਸੀਗੀ, ਜਨਵਰੀ ਇਨਟੇਕ ਦੇ ਲਈ ਹਲੇ ਵੀ ਪੋਸੀਬਲ ਹੈ? ਬੱਚੇ ਹਲੇ ਵੀ ਅਪਲਾਈ ਕਰ ਸਕਦੇ ਨੇ? ਜੀ ਮੈਮ, ਬਿਲਕੁਲ ਜਨਵਰੀ ਇਨਟੇਕ ਹੁਣ ਪੋਸੀਬਲ ਹੈਗਾ। ਜਨਵਰੀ ਇਨਟੇਕ ਦੀ ਐਡਮਿਸ਼ਨ ਸਟਾਰਟ ਹੋ ਚੁੱਕੀਆਂ ਨੇ। ਪਰ ਕਿਤੇ ਨਾ ਕਿਤੇ ਮੈਂ ਦੱਸਣਾ ਚਾਹੁੰਦਾ ਕਿ ਬੈਚਲਰਸ ਵਾਲੇ ਜਿਹੜੇ ਬੱਚੇ ਨੇ, ਜਿਹੜੇ +2 ਪਾਸ ਆਊਟ ਨੇ, ਜੇ ਤੁਸੀਂ 16 ਪਾਸ ਆਊਟ ਹੋ, 17 ਪਾਸ ਆਊਟ, 2-3 ਸਾਲ ਦਾ ਗੈਪ ਹੈ, +2 ਤੁਸੀਂ ਪਾਸ ਆਊਟ ਹੋਣੇ ਲਾਜ਼ਮੀ ਹੋ। ਇੰਗਲਿਸ਼ ਸਬਜੈਕਟ ਦੇ ਵਿੱਚ ਤੁਹਾਡੇ ਨੰਬਰ 65% ਨੇ,
ਓਵਰਆਲ ਨੰਬਰ 60% ਦਾ ਜਨਵਰੀ ਇਨਟੇਕ ਲਈ ਜਿੰਨੀ ਜਲਦੀ ਅਪਲਾਈ ਕਰੋਗੇ ਉਹਨਾਂ ਤੁਹਾਡੇ ਲਈ ਕਿਤੇ ਨਾ ਕਿਤੇ ਬੈਟਰ ਹੈ, ਕਿਉਂਕਿ ਯੂਕੇ ਦੇ ਵਿੱਚ ਐਪਲੀਕੇਸ਼ਨ ਨੂੰ ਲੈ ਕੇ ਰਸ਼ ਬਹੁਤ ਹੈ ਔਰ ਬੈਚਲਰਸ ਦੇ ਲਈ ਸੀਟਾਂ ਵੀ ਕਿਤੇ ਨਾ ਕਿਤੇ ਮਿਨੀਮਮ ਹੁੰਦੀਆਂ ਨੇ ਜਨਵਰੀ ਇਨਟੇਕ ਦੇ ਲਈ। ਔਰ ਦੂਜੇ ਪਾਸੇ ਕੁਝ ਕੁ ਬੱਚੇ ਸਾਡੇ ਉਹ ਵੀ ਹੈਗੇ ਜਿਨ੍ਹਾਂ ਕੋਲ ਫੰਡ ਰੈਡੀ ਪਏ ਨੇ, ਫੀਸਾਂ ਤਿਆਰ ਪਈਆਂ ਨੇ, ਉਹ ਬੱਚੇ ਚਾਹੁੰਦੇ ਨੇ ਕਿ ਅਸੀਂ ਇਸੇ ਜਲਦੀ ਇਨਟੇਕ 'ਚ ਕਿਸੇ ਚੱਲ ਜਾਈਏ। ਸੋ ਉਹਨਾਂ ਬੱਚਿਆਂ ਵਾਸਤੇ ਹਾਲੇ ਵੀ ਸਾਡੇ ਕੋਲ 2 ਤੋਂ 3 ਯੂਨੀਵਰਸਿਟੀ ਦੀ ਆਪਸ਼ਨ ਹੈਗੀ। ਤੁਸੀਂ ਹੁਣੇ ਵੀ ਅਪਲਾਈ ਕਰਕੇ ਆਪਣਾ ਅਕਤੂਬਰ ਨਵੰਬਰ ਇਨਟੇਕ ਲੈ ਸਕਦੇ ਹੋ। ਇਹਦੇ ਵਿੱਚ ਇਨਰ ਲੰਡਨ ਦੀਆਂ ਯੂਨੀਵਰਸਿਟੀਜ਼ ਵੀ ਹੈਗੀਆਂ, ਆਊਟਰ ਲੰਡਨ ਦੀਆਂ ਯੂਨੀਵਰਸਿਟੀਜ਼ ਵੀ ਹੈਗੀਆਂ। ਔਰ ਜੇ ਮੈਂ ਲੰਡਨ ਦੀ ਗੱਲ ਕਰਾਂ, ਸਾਡੇ ਕੋਲ ਇੱਦਾਂ ਦੀ ਯੂਨੀਵਰਸਿਟੀਜ਼ ਹਜੇ ਵੀ ਹੈਗੀਆਂ ਜਿਨ੍ਹਾਂ ਵਿੱਚ ਬੱਚੇ ਦੀ ਜੇਕਰ ਪਰਸੈਂਟੇਜ ਲੋ ਹੈ, ਯਾਨੀ ਕਿ ਓਵਰਆਲ ਪਰਸੈਂਟੇਜ 55 ਹੈ, ਇੰਗਲਿਸ਼ ਸਬਜੈਕਟ ਦੇ ਵਿੱਚ ਨੰਬਰ ਘੱਟ ਵੀ ਨੇ, 40% ਇੰਗਲਿਸ਼ ਸਬਜੈਕਟ ਦੇ ਵਿੱਚ ਨੰਬਰ ਹੈਗੇ ਨੇ, ਪਰ ਉਹ ਬੱਚੇ ਚਾਹੁੰਦੇ ਨੇ ਅਸੀਂ ਯੂਕੇ ਜਾ ਕੇ ਸਟੂਡੈਂਟ ਵੀਜ਼ਾ ਲੈਣਾ, ਯੂਕੇ ਦਾ ਸਟੂਡੈਂਟ ਵੀਜ਼ਾ ਲੈਣਾ ਹੈ। ਸੋ ਉਹ ਬੱਚੇ ਜੇਕਰ +2 18 19 ਜਾਂ 20 ਪਾਸ ਆਊਟ ਹੋ, ਗ੍ਰੈਜੂਏਸ਼ਨ ਤੁਹਾਡੀ 2015 ਜਾਂ ਉਸ ਤੋਂ ਬਾਅਦ ਦੀ ਹੈ, ਇੰਗਲਿਸ਼ ਸਬਜੈਕਟ ਦੇ ਵਿੱਚ 40 ਨੰਬਰ ਨੇ, ਓਵਰਆਲ ਪਰਸੈਂਟੇਜ ਤੁਹਾਡੀ 55% ਹੈ, ਤਾਂ ਤੁਸੀਂ ਹੁਣ ਵੀ ਅਕਤੂਬਰ ਨਵੰਬਰ ਇਨਟੇਕ ਦੇ ਲਈ ਸਾਡੇ ਆਫਿਸ ਆ ਕੇ ਅਪਲਾਈ ਕਰ ਸਕਦੇ ਹੋ। ਔਰ ਬਹੁਤ ਮਿਨੀਮਮ ਜੀ ਫੀਸ ਦੇ ਨਾਲ ਤੁਸੀਂ ਯੂਕੇ ਜਾ ਸਕਦੇ ਹੋ। ਘੱਟੋ ਘੱਟ ਤੁਸੀਂ 6 ਮੰਥ ਦੀ ਜਿਹੜੀ ਫੀਸ ਹੁੰਦੀ ਹੈ ਯੂਕੇ ਜਾਣ ਲਈ ਪੇ ਕਰਨੀ ਹੁੰਦੀ ਹੈ। ਕਦੀ ਵੀ ਇਹਨਾਂ ਚੀਜ਼ਾਂ 'ਚ ਨਾ ਆਇਆ ਕਰੋ ਕਿ 2000 ਦੇ ਕੇ ਕੈਸ਼ ਲੈ ਲਿਆ, 2-3000 ਦੇ ਕੇ ਕੈਸ਼ ਲੈ ਲਿਆ, ਜਿੱਥੇ ਜਦੋਂ ਤੁਸੀਂ ਮਿਨੀਮਮ ਫੀਸ ਭਰ ਕੇ ਜਾਂਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਉੱਥੇ ਜਾ ਕੇ 에ਅਰਪੋਰਟ ਅਥਾਰਟੀ ਵੱਲੋਂ ਜਦੋਂ ਇੰਟਰਵਿਊ ਲਏ ਜਾਂਦੇ ਨੇ, ਕਿਉਂਕਿ ਮੈਕਸਿਮਮ ਅੱਜ ਦੇ ਕੇਸਿਸ 'ਚ ਕੋਵਿਡ ਕਰਕੇ ਇੱਦਾਂ ਹੋ ਰਿਹਾ ਕਿ ਜਿਹੜੇ ਬੱਚੇ ਸਾਡੇ ਵੀ ਭੇਜੇ ਹੋਏ ਨੇ ਉਹਨਾਂ ਕੋਲ 에ਅਰਪੋਰਟ ਅਥਾਰਟੀ ਵੱਲੋਂ ਪ੍ਰੋਪਰ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਆ ਰਹੇ ਹੋ, ਤੁਸੀਂ ਕਿੰਨੀ ਫੀਸ ਪੇ ਕੀਤੀ ਹੈ, ਤੁਹਾਡਾ ਕੋਰਸ ਕਿਹੜਾ। ਸੋ ਇਹ ਚੀਜ਼ਾਂ ਤੁਹਾਨੂੰ ਪ੍ਰੋਪਰ ਕਲੀਅਰ ਵੀ ਹੋਣੀਆਂ ਚਾਹੀਦੀਆਂ ਨੇ। ਸੋ ਅਕਤੂਬਰ ਨਵੰਬਰ ਇਨਟੇਕ ਅਪਲਾਈ ਕਰਨਾ ਹੈ, ਤੁਹਾਡੇ ਕੋਲ ਹੁਣੇ 2-4 ਦਿਨ ਹੈਗੇ ਨੇ, ਤੁਸੀਂ ਹੁਣ ਵੀ ਅਪਲਾਈ ਕਰ ਸਕਦੇ ਹੋ। +2 18 19 20 ਪਾਸ ਆਊਟ ਹੋ, ਗ੍ਰੈਜੂਏਸ਼ਨ ਘੱਟੋ ਘੱਟ 15 'ਚ ਹੋਣੀ ਲਾਜ਼ਮੀ ਹੈ, ਇੰਗਲਿਸ਼ ਸਬਜੈਕਟ ਦੇ ਵਿੱਚ 40 ਨੰਬਰ ਹੋਣੇ ਚਾਹੀਦੇ ਨੇ, 40% ਨੰਬਰ ਹੋਣੇ ਚਾਹੀਦੇ ਨੇ, ਔਰ ਓਵਰਆਲ ਪਰਸੈਂਟੇਜ ਤੁਹਾਡੀ 55 ਹੈਗਾ। ਯੂਨੀਵਰਸਿਟੀ ਦਾ ਇੰਟਰਵਿਊ ਦਾ ਕ੍ਰਾਈਟੇਰੀਆ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੁਐਸਚਨ ਆਉਣਗੇ ਕਿ ਜੇ ਕਿਤੇ ਜਿਵੇਂ ਹੁਣ ਲੈਂਗੁਏਜ ਰਿਕੁਆਇਰਮੈਂਟ ਵਧੀ ਹੈ ਤਾਂ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਸਾਡੀ ਇੰਗਲਿਸ਼ ਤੁਹਾਨੂੰ ਜ਼ਿਆਦਾ ਹਾਈ ਚਾਹੀਦੀ ਹੋਊਗੀ। ਸੋ ਇਸ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਇੰਟਰਵਿਊ ਹੋਊਗਾ, ਪਰ ਤੁਹਾਨੂੰ ਪ੍ਰੋਪਰ ਇੱਕ ਉਹਦੀ ਤਿਆਰੀ ਕਰਾਈ ਜਾਊਗੀ ਸਾਡੇ ਆਫਿਸ ਦੇ ਵੱਲੋਂ। ਪ੍ਰੋਪਰ ਇੱਕ ਸਟਾਫ ਅਸੀਂ ਰੱਖੇ ਹੋਏ ਨੇ ਇੱਦਾਂ ਦੇ ਕਿ ਜਿਹੜੇ ਤੁਹਾਨੂੰ ਸਿਰਫ ਔਰ ਸਿਰਫ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਣਗੇ। ਜਦੋਂ ਤੁਸੀਂ ਸਾਡੇ ਲੈਵਲ 'ਤੇ ਕਲੀਅਰ ਹੋਵੋਗੇ ਉਦੋਂ ਤੁਹਾਡਾ ਇੰਟਰਵਿਊ ਕੰਡਕਟ ਕਰਾਇਆ ਜਾਊਗਾ ਔਰ ਤੁਹਾਡੇ ਇੰਟਰਵਿਊ ਜਿਹੜਾ ਹੈਗਾ ਪ੍ਰੋਪਰ ਕਲੀਅਰ ਕਰਾਇਆ ਜਾਊਗਾ। ਇੱਕ ਇੰਨੀ ਕੁ ਮਿਹਨਤ ਬੱਚੇ ਨੂੰ ਕਰਾਈ ਦੀ ਹੈ ਕਿ ਬੱਚਾ ਇੰਟਰਵਿਊ ਕਲੀਅਰ ਕਰ ਸਕੇ, ਕਿਉਂਕਿ ਬੱਚੇ ਨੇ ਸਿਰਫ ਆਪਣੇ ਬਾਰੇ ਦੱਸਣਾ ਹੈ। ਕੋਈ ਅਸੀਂ ਇਹ ਨਹੀਂ ਕਿ ਸਪੈਸ਼ਲ ਬੱਚੇ ਨੂੰ ਇੱਦਾਂ ਦੀ ਟ੍ਰੇਨਿੰਗ ਦੇਵਾਂਗੇ ਜਾਂ ਬੱਚੇ ਨੂੰ ਰੱਟਾ ਲਵਾਵਾਂਗੇ, ਸਿਰਫ ਬੱਚੇ ਨੂੰ ਪ੍ਰਪੇਅਰ ਕਰਾਂਗੇ ਉਸ ਚੀਜ਼ ਲਈ ਕਿ ਤੁਸੀਂ ਆਪਣੇ ਬਾਰੇ ਕੀ ਕੁਝ ਦੱਸਣਾ, ਤੁਹਾਡੇ ਤੋਂ ਕੀ ਪੁੱਛਣਾ ਹੈ, ਤੁਸੀਂ ਆਪਣੇ ਬਾਰੇ ਖੁਦ ਸਰਚ ਆਊਟ ਬੱਚੇ ਤੋਂ ਕਰਾਵਾਂਗੇ ਕਿ ਬੱਚਾ ਯੂਕੇ ਕਿਉਂ ਜਾ ਰਿਹਾ ਹੈ। ਕਿਉਂਕਿ ਬੱਚਾ ਯੂਕੇ ਜਾ ਤਾਂ ਰਿਹਾ, ਆਪਣੇ ਬੱਚੇ ਦੀ ਕਿਤੇ ਨਾ ਕਿਤੇ ਡਿਮਾਂਡ ਹੁੰਦੀ ਹੈ ਕਿ ਮੈਂ ਯੂਕੇ ਜਾਣਾ, ਪੜ੍ਹਾਈ ਕਰਨੀ ਹੈ, ਕੰਮ ਕਰਨਾ, ਪਰ ਜਦੋਂ ਬੱਚੇ ਨੂੰ ਇੱਕ ਇਨਰ ਜਿਹੜੇ ਹੋਰ ਜਿਹੜੇ ਬੈਨੀਫਿਟਸ ਹੁੰਦੇ ਜਦੋਂ ਬੱਚੇ ਨੂੰ ਉਹ ਦਿਖਾਵਾਂਗੇ, ਉਹ ਬੱਚੇ ਨੂੰ ਪ੍ਰੋਪਰ ਪੜ੍ਹਾਵਾਂਗੇ ਇੰਟਰਨੈਟ ਦੇ ਉੱਤੋਂ ਕਿ ਕਿਸ ਤਰੀਕੇ ਨਾਲ ਤੁਸੀਂ ਜਾ ਕੇ ਉੱਥੇ ਕੀ ਕਰਨ, ਤਾਂ ਬੱਚਾ ਆਪਣੇ ਆਪ ਜਵਾਬ ਦੇਣ ਦੇ ਲਈ ਐਲੀਜੀਬਲ ਹੋ ਜਾਂਦਾ ਹੈ। ਬਿਲਕੁਲ ਇਹ ਹਕੀਕਤ ਹੈਗੀ ਹੈ, ਕਿਉਂਕਿ ਸਾਨੂੰ ਜਦ ਆਪਾਂ ਸਵਾਲ ਜਵਾਬ ਜਾਂ ਇੰਟਰਵਿਊ ਦੀ ਜਦ ਆਪਾਂ ਸੋਚਦੇ ਹੈਗੇ ਆ, ਸਭ ਤੋਂ ਪਹਿਲਾਂ ਇਹ ਹੁੰਦਾ ਹੈ ਅੱਛਾ ਉਹਨਾਂ ਦੇ ਸਵਾਲ ਤਾਂ ਪਤਾ ਚੱਲ ਗਿਆ, ਪਰ ਹੁਣ ਜਵਾਬ ਕੀ ਦੇਣਾ, ਕਿੱਦਾਂ ਦੇਣਾ, ਕਿਸ ਹਿਸਾਬ ਨਾਲ ਦੇਣਾ ਹੈਗਾ ਜਵਾਬ, ਜਿਹੜਾ ਕਿ ਰਿਜੈਕਟ ਨਾ ਹੋਏ ਜਾਂ ਮੈਨੂੰ ਅੱਗੇ ਇਹਦੇ ਕੌਨਸੀਕੁਐਂਸਿਸ ਨਾ ਫੇਸ ਕਰਨੇ ਪਏ। ਸੋ ਇਹ ਤਮਾਮ ਚੀਜ਼ਾਂ ਦੀ ਤੁਸੀਂ ਟੈਨਸ਼ਨ ਨਾ ਲੈਂਦੇ ਹੋਏ ਇਹ ਜਿਹੜੇ ਨੰਬਰ ਹੈਗੇ ਇਹ ਨੋਟ ਕਰ ਲਓ। ਇਹਨਾਂ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਤੁਸੀਂ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੈਗੇ ਹੋ। ਜਤਿੰਦਰ ਦੀ ਤੁਸੀਂ ਗੈਪ ਦੀ ਗੱਲ ਕੀਤੀ ਸੀਗੀ ਨਾ, 4 ਤੋਂ 5 ਸਾਲ ਦਾ ਜੇ ਗੈਪ ਹੈਗਾ, ਇਹ ਗੈਪ ਜੇ ਜਸਟੀਫਾਈਡ ਹੈਗਾ ਹੈ, ਲਾਈਕ ਤੁਸੀਂ ਜੇ ਜੌਬ ਕਰਦੇ ਹੋ ਜਾਂ ਤੁਸੀਂ ਇੱਥੇ ਕੋਈ ਕੋਰਸ ਕਰ ਲਿਆ ਤਾਂ ਪੋਸੀਬਲ ਹੈਗਾ, ਇਹ ਜਸਟੀਫਾਈਡ ਨਹੀਂ ਹੈਗਾ ਤਾਂ ਵੀ ਪੋਸੀਬਲ ਹੈਗਾ? ਨਹੀਂ ਮੈਮ, ਬਿਲਕੁਲ ਇੱਥੇ ਮੈਂ ਗੱਲ ਕਲੀਅਰ ਕਰਨਾ ਚਾਹੂੰਗਾ ਕਿ ਜੇਕਰ ਜਿਹੜੇ ਬੱਚੇ ਹੁਣ +2 ਪਾਸ ਆਊਟ ਅਪਲਾਈ ਕਰਨਾ ਚਾਹੁੰਦੇ ਨੇ, ਘੱਟੋ ਘੱਟ 2016 ਪਾਸ ਆਊਟ ਹੋਣੇ ਚਾਹੀਦੇ ਨੇ, ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਗ੍ਰੈਜੂਏਸ਼ਨ ਕਿਸੇ ਨੇ ਕੀਤੀ ਹੈ, 5-7-8 ਸਾਲ ਦਾ ਗੈਪ ਹੈਗਾ ਬੱਚੇ ਦਾ, ਚੱਲ ਸਕਦਾ ਹੈ, ਪਰ ਕਿਤੇ ਨਾ ਕਿਤੇ ਗੱਲ ਉਹੀ ਹੈ ਜਿਹੜੀ ਤੁਸੀਂ ਮੈਮ ਕੁਐਸਚਨ ਪੁੱਛਿਆ ਕਿ ਗੈਪ ਦੀ ਜਸਟੀਫਿਕੇਸ਼ਨ ਹੈ ਉਹ ਲਾਜ਼ਮੀ ਹੈ ਕਿ ਨਹੀਂ। ਗੈਪ ਦੀ ਜਸਟੀਫਿਕੇਸ਼ਨ ਹੋਣਾ ਲਾਜ਼ਮੀ ਹੈ, ਔਰ ਇਹ ਵੀ ਗੱਲ ਮੈਂ ਬੱਚਿਆਂ ਨੂੰ ਕਲੀਅਰ ਕਰਦਾ ਕਿ ਹਰੇਕ ਬੱਚੇ ਦਾ ਗੈਪ ਜਿਹੜਾ ਹੁੰਦਾ ਨਾ ਕਿ ਹੁੰਦਾ ਵੀ ਨਹੀਂਗਾ, ਕਿਉਂਕਿ 16 ਪਾਸ ਆਊਟ ਬੱਚਾ ਮੈਨੂੰ ਨਹੀਂ ਲੱਗਦਾ ਕਿ 4 ਸਾਲ ਤੋਂ ਬੱਚਾ ਘਰੇ ਫ੍ਰੀ ਬੈਠਾ ਹੋਊਗਾ। ਗ੍ਰੈਜੂਏਸ਼ਨ ਕਿਸੇ ਨੇ ਕੀਤੀ ਹੋਈ ਹੈ 5-7 10 ਸਾਲ ਵੀ ਹੋ ਗਏ ਹੋਣ, ਹਰੇਕ ਬੱਚਾ ਗ੍ਰੈਜੂਏਸ਼ਨ ਤੋਂ ਬਾਅਦ ਘਰੇ ਫ੍ਰੀ ਨਹੀਂ ਬੈਠਦਾ, ਕੋਈ ਨਾ ਕੋਈ ਕੰਮ ਕਰ, ਕੋਈ ਛੋਟੀ ਮੋਟੀ ਜੌਬ, ਛੋਟੇ ਮੋਟੇ ਕੋਰਸ ਬੱਚੇ ਨੇ ਕੀਤੇ ਹੁੰਦੇ ਨੇ, ਤੁਸੀਂ ਆਪਣੀ ਜੌਬ ਦਿਖਾ ਸਕਦੇ ਹੋ। ਗੈਪ ਦੀ ਜਸਟੀਫਿਕੇਸ਼ਨ ਤੁਹਾਨੂੰ ਪ੍ਰੋਪਰ ਦੇਣੀ ਪਊਗੀ, ਇਹ ਦੱਸਣਾ ਪਊਗਾ ਕਿ ਤੁਸੀਂ ਇਸ ਗੈਪ ਦੇ ਦੌਰਾਨ ਕੀ ਕੀਤਾ। ਜੇ ਤੁਸੀਂ ਸੋਚੋਗੇ ਤੁਹਾਨੂੰ ਫ੍ਰੀ ਨੂੰ ਐਡਮਿਸ਼ਨ ਮਿਲ ਜੂਗਾ, ਇਸ ਤਰੀਕੇ ਨਾਲ ਬਿਲਕੁਲ ਨਹੀਂ ਹੋਣਾ। ਯੂਨੀਵਰਸਿਟੀ ਨੂੰ ਤੁਹਾਨੂੰ ਆਪਣਾ ਗੈਪ ਕਲੀਅਰ ਕਰਨਾ ਪਊਗਾ ਕਿ ਅਸੀਂ ਇਸ ਗੈਪ ਦੇ ਸਮੇਂ ਦੇ ਦੌਰਾਨ ਜੇ 16 'ਚ +2 ਕਰ ਲਈ ਸੀ, ਅਸੀਂ 4 ਸਾਲ ਹੁਣ ਤੱਕ ਕੀ ਕਰ ਰਹੇ ਹਾਂ, ਕਿਉਂਕਿ ਪ੍ਰੋਪਰ ਇੱਕ SOP ਜਿਹੜੀ ਆਪਣੀ ਯੂਨੀਵਰਸਿਟੀ ਨੂੰ ਆਫਰ ਲੈਟਰ ਤੋਂ ਪਹਿਲਾਂ ਜਾਂਦੀ ਹੈ, ਪਰ ਇਹਨੂੰ ਆਪਾਂ ਨੂੰ ਕਲੀਅਰ ਕਰਨਾ ਪੈਂਦਾ, ਆਪਣੇ ਪ੍ਰੋਪਰ CV ਜਾਂਦਾ, ਆਪਾਂ ਨੂੰ ਉਹ 'ਚ ਦੱਸਣਾ ਪੈਂਦਾ ਕਿ ਮੈਂ ਇਸ ਸਮੇਂ ਦੌਰਾਨ ਇੰਨੇ ਟਾਈਮ 'ਚ ਕੀ ਕੀਤਾ, ਕਿੰਨੀ ਮੇਰੀ ਪਰਸੈਂਟੇਜ ਸੀ, ਉਸ ਤੋਂ ਬਾਅਦ ਮੈਂ ਕੀ ਪੜ੍ਹਾਈ ਕੀਤੀ, ਜੇ ਮੈਂ ਕੋਈ ਕੰਪਿਊਟਰ ਕੋਰਸ ਕੀਤਾ, ਕੋਈ ਡਿਪਲੋਮਾ ਕੀਤਾ, ਮੈਂ ਕਿਸ ਤਰ੍ਹਾਂ ਕੀਤਾ, ਕਿੱਥੋਂ ਕੀਤਾ, ਪ੍ਰੋਪਰ ਆਪਾਂ ਨੂੰ ਉਹਦੇ ਐਵੀਡੈਂਸ ਚਾਹੀਦੇ ਹੋਣਗੇ ਤਾਂ ਬੱਚਾ ਗੈਪ ਦੇ ਨਾਲ ਅਪਲਾਈ ਕਰ ਸਕਦਾ ਹੈ। ਪਰ ਗੈਪ ਦਾ ਨਾਲ ਵੀਜ਼ਾ ਤੁਹਾਡੇ ਆਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਰੀਸੈਂਟਲੀ ਸਾਡੇ ਅਪਰੂਵ ਹੋਏ ਵੀਜ਼ਾ ਤੁਸੀਂ ਦੇਖ ਸਕਦੇ ਹੋ ਕਿ 4 ਸਾਲ ਦੇ ਗੈਪ ਨਾਲ, 5 ਸਾਲ ਦੇ ਗੈਪ ਨਾਲ, ਬਿਨਾਂ IELTS ਦੇ ਵੀ ਸਾਡੇ ਕਾਫੀ ਵੀਜ਼ਾ ਆਏ ਨੇ, ਤੁਸੀਂ ਸਟੂਡੈਂਟ ਨੂੰ ਸ਼ੋਅ ਤੋਂ ਬਾਅਦ ਮਿਲ ਵੀ ਸਕਦੇ ਹੋ।
ਬਿਲਕੁਲ ਜਤਿੰਦਰ ਜੀ, ਇੱਕ ਚੀਜ਼ ਹੋਰ ਦੱਸੋ, ਉੱਥੇ ਸੁਣਿਆ ਗਿਆ ਹੈ ਕਿ ਜਿੱਦਾਂ ਕੁਆਰੰਟਾਈਨ ਦਾ ਵੀ ਪ੍ਰੋਸੀਜਰ ਹੈਗਾ ਆ, ਰਾਈਟ? ਇਹ ਤਾਂ ਨਹੀਂ ਹੋਏਗਾ ਕਿ ਉਹਨਾਂ ਦੀ ਕਲਾਸਿਸ ਉੱਥੇ ਸਟਾਰਟ ਹੋਣੀ ਹੋਏ ਹੋਰ ਉਹਦੇ ਕਰਕੇ ਕਲਾਸਿਸ ਮਿਸ ਹੋ ਜਾਣਗੀਆਂ? ਮੈਮ ਇੱਥੇ ਮੈਂ ਬੱਚਿਆਂ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਕਾਫੀ ਬੱਚਿਆਂ ਦੀ ਜਿਹੜੀ ਕਾਲਸ ਆਉਂਦੀਆਂ ਨੇ, ਇੱਕ ਮਿੱਥ ਬੱਚਿਆਂ ਨੂੰ ਬਣਿਆ ਹੋਇਆ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਦੋਂ ਅਸੀਂ ਅਪਲਾਈ ਕਰਾਂਗੇ ਸਾਨੂੰ ਪਹਿਲਾਂ ਕਰੋਨਾ ਦਾ ਟੈਸਟ ਕਰਾਉਣਾ ਪਊਗਾ, ਅਸੀਂ ਤਾਂ ਉੱਥੇ ਜਾਵਾਂਗੇ। ਹਾਂ, ਰਾਈਟ। ਸੋ ਇਹ ਗੱਲ ਵੀ ਮੈਂ ਕਲੀਅਰ ਕਰੂੰਗਾ ਕਿ ਤੁਹਾਨੂੰ ਕੋਵਿਡ ਦਾ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ। ਜਿਹੜਾ ਯੂਕੇ ਦਾ ਨਾਰਮਲ ਮੈਡੀਕਲ ਹੁੰਦਾ, ਜਿਸ 'ਚ ਚੈਸਟ ਐਕਸਰੇ ਹੁੰਦਾ, ਬੱਚੇ ਦੀ ਟੀਵੀ ਰਿਪੋਰਟ ਚੈੱਕ ਕੀਤੀ ਜਾਂਦੀ ਹੈ, ਸਿਰਫ ਤੁਹਾਡੇ ਮੈਡੀਕਲ 'ਚ ਉਹੀ ਹੋਣਾ। ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਜਦੋਂ ਕੰਟਰੀ ਐਂਟਰ ਕਰਦੇ ਹੋ ਤੁਹਾਨੂੰ 14 ਦਿਨ ਲਈ ਕੁਆਰੰਟਾਈਨ ਹੋਣਾ ਲਾਜ਼ਮੀ ਹੈ, ਤੁਸੀਂ ਜਾਣਾ ਜਦੋਂ। ਔਰ ਜੇ ਕੁਆਰੰਟਾਈਨ ਦੇ ਦੌਰਾਨ ਫੋਰ ਐਗਜ਼ਾਮਪਲ ਕਿਸੇ ਬੱਚੇ ਦੀਆਂ 1 ਸਤੰਬਰ ਤੋਂ ਕਲਾਸਾਂ ਨੇ ਔਰ ਬੱਚਾ ਉੱਥੇ 1 ਸਤੰਬਰ ਤੋਂ 1-2 ਦਿਨ ਪਹਿਲਾਂ ਪਹੁੰਚਿਆ ਤਾਂ ਬੱਚਾ ਸੋਚਦਾ ਮੇਰੀ ਕਲਾਸਾਂ ਕਿੱਦਾਂ ਲੱਗਣਗੀਆਂ। ਤੁਸੀਂ ਕੁਆਰੰਟਾਈਨ ਹੋ ਕੇ ਯੂਨੀਵਰਸਿਟੀ ਨੂੰ ਇਨਫੋਰਮ ਕਰ ਦੇਣਾ। ਉਸ ਤੋਂ ਬਾਅਦ ਤੁਹਾਡੀ ਕਲਾਸਾਂ ਜਿਹੜੀ 14 ਦਿਨ ਨੇ ਉਹ ਤੁਹਾਡੀਆਂ ਆਨਲਾਈਨ ਕਲਾਸਾਂ ਲੱਗਣਗੀਆਂ। ਉਸ ਤੋਂ ਬਾਅਦ ਤੁਸੀਂ ਔਨ ਕੈਂਪਸ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਜੁਆਇਨ ਕਰ ਸਕਦੇ ਹੋ ਕਿਸੇ ਵੀ ਵੇਲੇ। ਔਰ ਕੁਆਰੰਟਾਈਨ ਹੋਣ ਦੇ ਵਿੱਚ ਹੀ ਬੱਚਿਆਂ ਨੂੰ ਬਹੁਤ ਇੱਕ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਸਰ ਉੱਥੇ ਜਾ ਕੇ ਜਗ੍ਹਾ ਕਿਵੇਂ ਲੱਭਾਂਗੇ, ਅਸੀਂ ਕੁਆਰੰਟਾਈਨ ਕਿਵੇਂ ਹੋਵਾਂਗੇ, ਕਿਸ ਤਰੀਕੇ ਨਾਲ ਹੋਣਾ ਪਊਗਾ, ਅਸੀਂ ਇਨਫੋਰਮੇਸ਼ਨ ਕਿਵੇਂ ਦੇਵਾਂਗੇ। ਸੋ ਜਿਹੜੇ ਵੀ ਬੱਚੇ ਨੇ ਯੂਕੇ ਫਲਾਈ ਕਰਨਾ, ਸਭ ਤੋਂ ਪਹਿਲਾਂ ਤਾਂ ਬੱਚੇ ਨੂੰ 48 ਆਵਰਸ ਪਹਿਲਾਂ ਬੱਚੇ ਨੂੰ ਆਪਣਾ ਇੱਕ ਫਾਰਮ ਫਿਲ ਕਰਕੇ ਨਾਲ ਲੈ ਕੇ ਜਾਣਾ ਪੈਣਾ, ਉਹਨੂੰ ਆਨਲਾਈਨ ਫਿਲ ਕਰਨਾ ਪੈਣਾ ਕਿ ਜਿਹੜਾ ਅੰਬੈਸੀ ਤੱਕ ਪਹੁੰਚੇ ਤੁਹਾਡਾ ਫਾਰਮ, ਕਿ ਤੁਸੀਂ ਕਦੋਂ ਟਰੈਵਲ ਕਰਨਾ ਔਰ ਕਿਸ ਫਲਾਈਟ 'ਤੇ ਟਰੈਵਲ ਕਰਨਾ, ਕਿੰਨੇ ਵਜੇ ਤੁਹਾਡੀ ਫਲਾਈਟ ਉੱਥੇ ਪਹੁੰਚਣੀ, ਉੱਥੇ ਜਾ ਕੇ ਤੁਸੀਂ ਕੁਆਰੰਟਾਈਨ ਕਿਹੜੇ ਐਡਰੈਸ 'ਤੇ ਹੋਣਾ, ਉੱਥੇ ਜਾ ਕੇ ਕੰਟੈਕਟੇਬਲ ਪਰਸਨ ਵੀ ਚਾਹੀਦਾ ਜਿਹਦੇ ਨਾਲ ਕੰਟੈਕਟ ਕਰ ਸਕਣ ਕਿ ਤੁਹਾਡੇ ਕੋਲ ਬੱਚਾ ਕੁਆਰੰਟਾਈਨ ਹੈਗਾ ਜਾਂ ਨਹੀਂ ਹੈਗਾ, ਕਿੰਨੇ ਦਿਨ ਲਈ ਕੁਆਰੰਟਾਈਨ ਹੈ, ਇਹਦਾ 14 ਡੇਜ਼ ਕਦੋਂ ਕੰਪਲੀਟ ਹੋਣੇ ਆ। ਸੋ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਪਹਿਲਾਂ ਦੇਣੀ ਪੈਣੀ ਹੈ। ਦੂਜੀ ਚੀਜ਼, ਕਿਸੇ ਬੱਚੇ ਨੂੰ ਜਾ ਕੇ ਬੇਸ਼ੱਕ ਸਾਡੇ ਕੋਲੋਂ ਬੱਚੇ ਦਾ ਵੀਜ਼ਾ ਲੱਗਿਆ ਹੋਇਆ ਹੈ ਜਾਂ XYZ ਕਿਸੇ ਵੀ ਕੰਪਨੀ ਕੋਲੋਂ ਬੱਚੇ ਨੇ ਵੀਜ਼ਾ ਲਵਾਇਆ, ਉੱਥੇ ਜਾ ਕੇ ਵੀ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਬੱਚਾ ਹੈਲਪ ਲੈਣਾ ਚਾਹੁੰਦਾ, ਤਾਂ ਜਿਵੇਂ ਮੈਂ ਦੱਸਿਆ ਕਿ ਸਾਡੇ ਨੰਬਰ ਨੀਚੇ ਸਕਰੋਲ 'ਤੇ ਚੱਲ ਰਹੇ ਨੇ। ਉਸ ਤੋਂ ਇਲਾਵਾ ਸਾਡੇ ਕੋਲ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ, ਸਾਡਾ ਮੋਹਾਲੀ ਦਫ਼ਤਰ ਹੈ। ਇਸ ਤੋਂ ਇਲਾਵਾ ਹਰਿਆਣਾ ਵਾਲੇ ਸਟੂਡੈਂਟ ਜਿਹੜੇ ਸਾਨੂੰ ਵਿਜ਼ਿਟ ਕਰਨਾ ਚਾਹੁੰਦੇ ਨੇ, ਸਾਡਾ ਕੁਰੂਕਸ਼ੇਤਰਾ ਸੈਕਟਰ 10 ਦੇ ਵਿੱਚ ਆਫਿਸ ਹੈ, ਉੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਮੈਨੂੰ ਮਿਲਣਾ ਚਾਹੁੰਦੇ ਹੋ, ਹਰ ਤੁਸੀਂ ਬੁੱਧਵਾਰ ਤੇ ਵੀਰਵਾਰ ਮੈਨੂੰ ਕੁਰੂਕਸ਼ੇਤਰ ਆਫਿਸ ਦੇ ਵਿੱਚ ਆ ਕੇ ਮਿਲ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਬਾਕੀ ਕਿਸੇ ਵੀ ਦਿਨ ਮੋਹਾਲੀ ਆਫਿਸ ਤੁਸੀਂ ਅਪਾਇੰਟਮੈਂਟ ਲੈ ਕੇ ਆਓ ਤਾਂ ਜ਼ਿਆਦਾ ਬੈਟਰ ਹੋਊਗਾ, ਕਿਉਂਕਿ ਕਈ ਵਾਰ ਕਿਤੇ ਬਾਹਰ ਅੰਦਰ ਆਉਣਾ ਜਾਣਾ ਹੁੰਦਾ। ਸੋ ਪ੍ਰੋਪਰ ਤੁਸੀਂ ਅਪਾਇੰਟਮੈਂਟ ਫਿਕਸ ਕਰਕੇ ਆਪਣੀ ਆਇਆ ਕਰੋ ਤਾਂ ਕਿ ਤੁਹਾਨੂੰ ਆ ਕੇ ਵੇਟ ਨਾ ਕਰਨੀ ਪਵੇ, ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਸੋ ਸਾਡੇ ਨੰਬਰ ਨੀਚੇ ਚੱਲ ਰਹੇ ਨੇ, WhatsApp ਦਾ ਨੰਬਰ ਨੀਚੇ ਚੱਲ ਰਿਹਾ ਹੈ, Facebook ਪੇਜ ਨੀਚੇ ਚੱਲ ਰਿਹਾ, ਤੁਸੀਂ ਲਾਈਕ ਕਰ ਸਕਦੇ ਹੋ। ਇਸ 'ਤੇ ਅਸੀਂ ਸਾਡੀ ਨਵੀਆਂ ਅਪਡੇਟਸ ਜਿਹੜੀਆਂ ਸਾਡੇ YouTube ਚੈਨਲ 'ਤੇ Facebook ਚੈਨਲ 'ਤੇ ਸਮੇਂ-ਸਮੇਂ ਦੌਰਾਨ ਕਰਦੇ ਰਹਿੰਦੇ ਹਾਂ। ਸੋ ਕੋਈ ਵੀ ਹੈਲਪ ਕਿਸੇ ਵੀ ਬੱਚੇ ਨੂੰ ਚਾਹੀਦੀ ਹੈ, ਸਾਨੂੰ ਕਿਸੇ ਵੀ ਵੇਲੇ ਕੰਟੈਕਟ ਕਰ ਸਕਦਾ ਹੈ। ਬਿਲਕੁਲ। ਸੋ ਇਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ ਕੰਟੈਕਟ ਇਹਨਾਂ ਨੂੰ ਤੁਸੀਂ ਕਿੱਦਾਂ ਕਰ ਸਕਦੇ ਹੈਗੇ ਹੋ। ਇਹ ਸਾਰੀ ਚੀਜ਼ਾਂ ਨੋਟ ਕਰ ਲਓ, ਜੋ ਵੀ ਤੁਹਾਨੂੰ ਕਨਵੀਨੀਅੰਟ ਲੱਗੇ ਤੁਸੀਂ ਉਹਦੇ ਥਰੂ ਗੱਲ ਕਰ ਸਕਦੇ ਹੈਗੇ ਹੋ। ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ ਕਿ ਇਹ ਬਹੁਤ ਅੱਛੀ ਗੱਲ ਹੈਗੀ ਹੈ ਕਿ ਤੁਸੀਂ ਉੱਥੇ ਜਿਹੜੇ ਆਲਰੇਡੀ ਸਟੂਡੈਂਟ ਹੈਗੇ ਹੈ ਜਾਂ ਉੱਥੇ ਕੋਈ ਹੋਰ ਹੈਗਾ ਹੈ, ਜੇ ਕਿਉਂਕਿ ਆਪਾਂ ਇੱਥੇ ਸੋਚਦੇ ਹਾਂ ਕਿ ਜੇ ਸਾਨੂੰ ਉੱਥੇ ਕੋਈ ਮਿਲ ਜੇ ਗੱਲਬਾਤ ਕਰਨ ਦੇ ਲਈ ਤਾਂ ਸਾਨੂੰ ਹੋਰ ਈਜ਼ੀ ਰਹਿੰਦਾ ਹੈ, ਤੁਸੀਂ ਉਹਨਾਂ ਨਾਲ ਵੀ ਮਿਲਵਾ ਦਿੰਦੇ ਹੋ? ਜੀ ਮੈਮ ਬਿਲਕੁਲ। ਮੈਂ ਜਿਵੇਂ ਦੱਸਿਆ ਕਿ ਜਿਹੜੇ ਵੀ ਸਟੂਡੈਂਟ ਸਾਡੇ ਤੋਂ ਗਏ ਹੋਏ ਨੇ, ਜਿਹੜੇ ਸਟੂਡੈਂਟ ਅਸੀਂ ਪਹਿਲਾਂ ਭੇਜੇ ਹੋਏ ਨੇ ਸਤੰਬਰ ਇਨਟੇਕ 'ਚ ਜਾਂ ਜਨਵਰੀ ਇਨਟੇਕ 'ਚ, ਉਸ ਤੋਂ ਇਲਾਵਾ ਸਾਡੇ ਇਸ ਇਨਟੇਕ ਦੇ ਸਟੂਡੈਂਟ ਵੀ ਗਏ ਹੋਏ ਨੇ। ਕੋਈ ਵੀ ਸਟੂਡੈਂਟ ਜਿਹਨੂੰ ਜਾ ਕੇ ਕੋਈ ਪ੍ਰੋਬਲਮ, ਸਾਡੇ ਸਟੂਡੈਂਟ ਇੰਨੇ ਕੁ ਉੱਥੇ ਹੈਗੇ ਨੇ ਕਿ ਹਰ ਇੱਕ ਬੱਚੇ ਨੂੰ ਸਾਂਭਣ ਦੇ ਲਈ ਉੱਥੇ ਬੱਚੇ ਨੂੰ 에ਅਰਪੋਰਟ ਪਿਕਅਪ 'ਚ ਹੈਲਪ ਚਾਹੀਦੀ ਹੈ। ਇਸ ਤੋਂ ਇਲਾਵਾ ਵੀ ਸਾਡਾ ਇੱਕ ਪ੍ਰੋਪਰ ਅਸੀਂ ਇੱਕ ਮੈਨੇਜ ਸਿਸਟਮ ਕੀਤਾ ਹੋਇਆ, ਆਪਣੀ ਇੱਕ ਟੀਮ ਬਣਾਈ ਹੋਈ ਹੈ ਉੱਧਰ ਅਸੀਂ, ਕਿ ਜਿਹੜਾ ਸਿਰਫ ਬੱਚਿਆਂ ਨੂੰ ਅਕੋਮੋਡੇਸ਼ਨ ਦੇ ਲਈ ਜਾਂ ਜਿਵੇਂ ਕੁਆਰੰਟਾਈਨ 'ਚ ਹੈਲਪ ਚਾਹੀਦੀ ਹੈ, ਬੱਚਿਆਂ ਨੂੰ ਕਲਾਸਿਸ ਲਈ ਹੈਲਪ ਚਾਹੀਦੀ ਹੈ, ਬੱਚੇ ਨੂੰ BRP ਕਾਰਡ ਕਲੈਕਟ ਕਰਨਾ, ਬੱਚੇ ਨੂੰ ਉਹ 'ਚ ਕੋਈ ਹੈਲਪ ਚਾਹੀਦੀ ਹੈ, ਮਤਲਬ ਕੋਈ ਵੀ ਪਰੇਸ਼ਾਨੀ ਬੱਚੇ ਨੂੰ ਜੇਕਰ UK ਜਾ ਕੇ ਵੀ ਆਉਂਦੀ ਹੈ ਤਾਂ ਅਸੀਂ ਬੱਚੇ ਦੀ ਹੈਲਪ ਕਰਨ ਲਈ ਇੱਥੇ ਪ੍ਰੋਪਰ ਤਿਆਰ ਬੈਠੇ ਹਾਂ। ਉੱਥੇ ਸਾਡੀ ਪ੍ਰੋਪਰ ਇੱਕ ਟੀਮ ਹੈ ਜਿਹੜੀ ਬੱਚੇ ਨੂੰ ਸੁਜੈਸਟ ਕਰਦੀ ਹੈ, ਪ੍ਰੋਪਰ ਬੱਚੇ ਨੂੰ ਅਕੋਮੋਡੇਸ਼ਨ 'ਚ ਹੈਲਪ ਚਾਹੀਦੀ ਹੈ, ਕਿਸੇ ਵੀ ਤਰੀਕੇ ਦੇ ਬੱਚੇ ਨੂੰ ਹੈਲਪ ਚਾਹੀਦੀ ਹੈ, ਅਸੀਂ ਇੱਥੋਂ ਬਹਿ ਕੇ ਵੀ ਉੱਥੇ ਬੱਚੇ ਦੀ ਹੈਲਪ ਕਰ ਰਹੇ ਹਾਂ। ਔਰ ਇਹ ਨਹੀਂ ਕਿ ਸਿਰਫ ਜਿਹੜੇ ਸਾਡੇ ਭੇਜੇ ਹੋਏ ਸਟੂਡੈਂਟ ਨੇ, ਇਸ ਤੋਂ ਇਲਾਵਾ ਵੀ ਕੋਈ ਸਟੂਡੈਂਟ ਹੈ ਜਿਹੜਾ ਉੱਥੇ ਜਾ ਕੇ ਕੁਝ ਹੈਲਪ ਚਾਹੀਦੀ ਹੈ ਬੱਚੇ ਨੂੰ, ਅਸੀਂ ਉਹਦੀ ਵੀ ਹੈਲਪ ਕਰ ਰਹੇ ਹਾਂ। ਇੱਕ ਮੈਂ ਛੋਟੀ ਜਿਹੀ ਇਨਫੋਰਮੇਸ਼ਨ ਮੈਂ ਬੱਚਿਆਂ ਨੂੰ ਇੱਥੇ ਇਹ ਜ਼ਰੂਰ ਦੇਣਾ ਚਾਹੂੰਗਾ ਕਿ ਤੁਸੀਂ UK ਅਪਲਾਈ ਕਰਨਾ, ਕਿਸੇ ਬੱਚਿਆਂ ਦੇ ਨਾ ਮਨ 'ਚ ਇਹ ਹੈ ਕਿ ਜਨਵਰੀ ਇਨਟੇਕ 'ਚ ਟਾਈਮ ਬਹੁਤ ਪਿਆ, ਅਸੀਂ ਸ਼ਾਇਦ ਰੁੱਕ ਕੇ ਅਪਲਾਈ ਕਰ ਲਾਂਗੇ, ਜੇ ਸਤੰਬਰ ਮੰਥ ਚੱਲਦਾ ਹੈ, ਅਜੇ 4 ਮਹੀਨੇ 3 ਮਹੀਨੇ ਸਾਡੇ ਕੋਲ 4 ਮਹੀਨੇ ਪਏ ਨੇ ਜਨਵਰੀ ਇਨਟੇਕ ਲਈ। ਸੋ ਮੈਂ ਦੱਸਣਾ ਚਾਹੂੰਗਾ ਦੁਬਾਰਾ ਤੋਂ ਇੱਥੇ ਕਿ ਜਨਵਰੀ ਇਨਟੇਕ ਦੇ ਲਈ ਜਿਹੜਾ ਸਮਾਂ ਤੁਹਾਡੇ ਕੋਲ ਬਹੁਤ ਘੱਟ ਹੈ। ਜਿੰਨੀ ਜਲਦੀ ਅਪਲਾਈ ਕਰੋਗੇ ਉਨੇ ਚਾਂਸਿਸ ਵਧੀਆ ਨੇ ਤੁਹਾਡੇ ਆਫਰ ਲੈਟਰ ਚੰਗੀਆਂ ਯੂਨੀਵਰਸਿਟੀਜ਼ 'ਚ ਆਉਣ ਦੇ, ਕਿਉਂਕਿ ਜਿੰਨਾ ਕੁ ਹੁਣ ਟਾਈਮ ਹੈ, ਹੁਣ ਆਪਾਂ ਪ੍ਰੋਪਰ ਅਪਲਾਈ ਕਰਾਂਗੇ। ਕਈ ਵਾਰੀ ਬੱਚਿਆਂ ਦੀ ਇੱਕ ਲੋਕੇਸ਼ਨ ਪ੍ਰੈਫਰੈਂਸ ਹੁੰਦੀ ਹੈ, ਯੂਨੀਵਰਸਿਟੀ ਪ੍ਰੈਫਰੈਂਸ ਹੁੰਦੀ ਹੈ, ਉਹ ਬੱਚਿਆਂ ਨੂੰ ਤਾਂ ਮਿਲਦੀ ਹੈ ਜਦੋਂ ਬੱਚਾ ਸਮੇਂ ਰਹਿੰਦੇ ਅਪਲਾਈ ਕਰਦਾ ਹੈ। ਕਈ ਵਾਰੀ ਬੱਚਾ ਐਂਡ ਟਾਈਮ 'ਤੇ ਆ ਕੇ ਉੱਧਰੋਂ ਜਨਵਰੀ ਇਨਟੇਕ ਖਤਮ ਹੋਣ ਵਾਲਾ ਹੁੰਦਾ, ਬੱਚਾ ਉਦੋਂ ਅਪਲਾਈ ਕਰਦਾ ਹੈ, ਔਰ ਬੱਚਾ ਚਾਹੁੰਦਾ ਕਿ ਮੈਂ ਪ੍ਰੋਪਰ ਇੱਕ ਇਸੇ ਯੂਨੀਵਰਸਿਟੀ 'ਚ ਸਪੈਸੀਫਾਈ 'ਚ ਜਾਣਾ ਹੈ ਔਰ ਮੈਂ ਇਸੇ ਲੋਕੇਸ਼ਨ 'ਤੇ ਜਾਣਾ। ਸੋ ਉਦੋਂ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਕਿਤੇ ਨਾ ਕਿਤੇ। ਸੋ ਜਨਵਰੀ ਇਨਟੇਕ ਲਈ ਹੁਣ ਪ੍ਰੋਪਰ ਚੰਗਾ ਸਮਾਂ, ਤੁਸੀਂ ਹੁਣੇ ਅਪਲਾਈ ਕਰੋ। 2016 ਤੁਸੀਂ ਪਾਸ ਆਊਟ ਹੋ +2 ਦੇ ਵਿੱਚ, ਇਸ ਤੋਂ ਇਲਾਵਾ ਗ੍ਰੈਜੂਏਸ਼ਨ ਕੀਤੀ ਹੋਈ ਹੈ, ਗੈਪ ਹੈ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। +2 ਇੰਗਲਿਸ਼ ਸਬਜੈਕਟ ਦੇ ਵਿੱਚ 65 ਨੰਬਰ ਨੇ ਤਾਂ ਵਿਦਆਊਟ ਆਇਲਸ 65% ਨੰਬਰ ਨੇ, ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ। ਜੇਕਰ ਆਇਲਸ ਕੀਤੀ ਹੈ ਤੁਸੀਂ ਓਵਰਆਲ 6 ਬੈਂਡ ਤੁਹਾਡੇ ਹੋਣੇ ਚਾਹੀਦੇ ਲਾਜ਼ਮੀ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਹੋਰ ਟੈਸਟ ਕੀਤਾ, PT ਕੀਤੀ ਹੋਈ ਹੈ, ਜਾਂ ਮੈਂ ਇੱਕ ਨਵਾਂ ਟੈਸਟ ਜਿਹੜਾ ਹੁਣ ਕਾਫੀ ਆਪਾਂ ਸੁਣ ਰਹੇ ਹਾਂ ਕਿ ਡਿਊਲਿੰਗੋ ਟੈਸਟ ਵੀ ਜੇਕਰ ਤੁਸੀਂ ਕੀਤਾ ਹੋਇਆ ਹੈ,
ਯੂਕੇ ਦੇ ਵਿੱਚ ਡਿਊਲਿੰਗੋ ਟੈਸਟ ਪ੍ਰੋਪਰ ਐਕਸੈਪਟੇਬਲ ਹੈ। ਤੁਸੀਂ ਆਇਲਸ ਨਹੀਂ ਕਰਨਾ ਚਾਹੁੰਦੇ ਆ, ਪੀਟੀ ਨਹੀਂ ਦੇਣਾ ਚਾਹੁੰਦੇ, ਤੁਹਾਡੇ ਕੋਲ ਟਾਈਮ ਘੱਟ ਹੈ, ਤਾਂ ਡਿਊਲਿੰਗੋ ਟੈਸਟ ਤੁਸੀਂ ਆਨਲਾਈਨ ਫਿਲ ਕਰਕੇ ਆਨਲਾਈਨ ਐਗਜ਼ਾਮ ਦੇ ਸਕਦੇ ਹੋ ਔਰ ਵਿਦਿਨ 24 to 48 ਆਵਰਸ ਦੇ ਵਿੱਚ ਦਾ ਰਿਜ਼ਲਟ ਵੀ ਆ ਜਾਂਦਾ ਹੈ ਔਰ ਕਾਫੀ ਈਜ਼ੀ ਵੀ ਹੈਗਾ। ਸੋ ਯੂਕੇ ਦੇ ਵਿੱਚ ਡਿਊਲਿੰਗੋ ਵੀ ਐਕਸੈਪਟਡ ਹੈ, ਤੁਸੀਂ ਡਿਊਲਿੰਗੋ ਟੈਸਟ ਦੇ ਨਾਲ ਵੀ ਹੁਣ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੀ ਪਰਸੈਂਟੇਜ ਲੋ ਹੈ, ਕਿਉਂਕਿ ਜਿਹੜੇ ਬੱਚਿਆਂ ਦੀ ਪਰਸੈਂਟੇਜ ਓਵਰਆਲ 60 ਹੈ, ਇੰਗਲਿਸ਼ 'ਚ 65 ਨੇ, ਉਹ ਬੱਚੇ ਤਾਂ ਵਿਦਆਊਟ ਆਇਲਸ ਜਾ ਸਕਦੇ ਨੇ। ਜਿਨ੍ਹਾਂ ਦੀ ਓਵਰਆਲ ਪਰਸੈਂਟੇਜ 55 ਹੈ, 60 ਹੈ ਪਰ ਇੰਗਲਿਸ਼ 'ਚ ਨੰਬਰ ਘੱਟ ਨੇ, ਉਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਇੰਗਲਿਸ਼ ਦਾ ਟੈਸਟ ਦੇਣਾ ਲਾਜ਼ਮੀ ਹੈ। ਸੋ ਡਿਊਲਿੰਗੋ ਟੈਸਟ ਦੇ ਕੇ ਤੁਸੀਂ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਬਿਲਕੁਲ, ਸਾਨੂੰ ਛੇ ਦੀ ਇੱਕ ਵਾਰ ਐਜੂਕੇਸ਼ਨ ਲੋਨ ਦੇ ਬਾਰੇ ਵੀ ਜ਼ਰੂਰ ਦੱਸੋ ਕਿ ਆ ਇਹ ਪੋਸੀਬਲ ਹੈਗਾ ਉੱਥੇ? ਜੀ ਬਿਲਕੁਲ ਮੈਮ, ਫੰਡਿੰਗ ਨੂੰ ਲੈ ਕੇ ਕਾਫੀ ਬੱਚਿਆਂ ਦੀ ਕੁਐਰੀਜ਼ ਹੁੰਦੀਆਂ ਕਿ ਫੰਡ ਕਿਵੇਂ ਦੇ ਚਾਹੀਦਾ। ਸੋ ਯੂਕੇ ਦੇ ਵਿੱਚ ਬੱਚੇ ਨੂੰ ਜਿਹੜੇ ਲਿਵਿੰਗ ਐਕਸਪੈਂਸ ਹੁੰਦੇ ਆ 9 ਮੰਥ ਦੇ, ਉਹ ਸ਼ੋ ਕਰਨੇ ਪੈਂਦੇ ਆ। ਇਨਰ ਲੰਡਨ ਦੇ ਥੋੜੇ ਜਿਹੇ ਜ਼ਿਆਦਾ ਨੇ, ਆਊਟਰ ਲੰਡਨ ਅਪਲਾਈ ਕਰਦੇ ਹੋ ਥੋੜੇ ਜਿਹੇ ਘੱਟ ਨੇ। ਸੋ 28 ਡੇਜ਼ ਓਲਡ ਤੁਹਾਨੂੰ 12 ਤੋਂ 13 ਲੱਖ ਫੰਡ ਚਾਹੀਦੇ ਨੇ ਜੇਕਰ ਸਿੰਗਲ ਐਪਲੀਕੈਂਟ ਹੈ। ਜੇਕਰ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸਪਾਊਸ ਦੇ ਜਿਹੜੇ ਲਿਵਿੰਗ ਐਕਸਪੈਂਸ ਨੇ ਉਹ ਤੁਹਾਨੂੰ ਐਕਸਟਰਾ ਦਿਖਾਉਣੇ ਪੈਣੇ ਨੇ। ਔਰ ਕਿਤੇ ਨਾ ਕਿਤੇ ਜਿਵੇਂ ਜੇ ਆਪਾਂ ਗੱਲ ਕਰੀਏ ਬੱਚਿਆਂ ਨੂੰ ਇੱਕ ਇਹ ਰਿਕੁਆਇਰਮੈਂਟ ਹੈ ਕਿ ਅਸੀਂ ਜਲਦੀ ਅਪਲਾਈ ਕਰ ਰਹੇ ਹਾਂ, ਸਾਡੇ ਕੋਲ ਪੈਸੇ ਤਾਂ ਹੈਗੇ ਪਰ ਅਸੀਂ ਸ਼ੋਅ ਕਿਵੇਂ ਕਰੀਏ ਜਾਂ ਕਿਸ ਤਰੀਕੇ ਨਾਲ ਕਰੀਏ, 28 ਦਿਨ ਪੁਰਾਣੇ ਨਹੀਂ ਹੁੰਦੇ। ਸੋ ਉਹਨਾਂ ਬੱਚਿਆਂ ਲਈ ਆਪਸ਼ਨ ਹੈਗੀ ਕਿ ਤੁਸੀਂ ਐਜੂਕੇਸ਼ਨ ਲੋਨ ਵੀ ਬੈਂਕ ਤੋਂ ਲੈ ਸਕਦੇ ਹੋ। ਤੁਹਾਡੇ ਕੋਲ ਜੇਕਰ ਆਫਰ ਲੈਟਰ ਤੁਹਾਨੂੰ ਅਨਕੰਡੀਸ਼ਨਲ ਹੈਗਾ ਕਿਸੇ ਬੱਚੇ ਕੋਲ ਯੂਨੀਵਰਸਿਟੀ ਦਾ ਔਰ ਅਪਲਾਈ ਕਰਨਾ ਚਾਹੁੰਦਾ ਹੈ, ਸਮਾਂ ਘੱਟ ਹੈ, ਕਲਾਸਿਸ ਜਲਦੀ ਨੇ, ਤੁਸੀਂ ਐਜੂਕੇਸ਼ਨ ਲੋਨ ਅਪਲਾਈ ਕਰ ਸਕਦੇ ਹੋ। ਐਜੂਕੇਸ਼ਨ ਲੋਨ ਦੇ ਬਿਹਾਫ 'ਤੇ ਵੀ ਤੁਸੀਂ ਯੂਕੇ ਜਾ ਕੇ ਪੜ੍ਹਾਈ ਕਰ ਸਕਦੇ ਹੋ। ਤੁਹਾਡੇ ਕੋਲ ਘੱਟ ਖਰਚੇ ਦੇ ਵਿੱਚ, ਜੇ ਆਪਾਂ ਅੱਜ ਗੱਲ ਕਰੀਏ ਤਾਂ ਦੂਜੀ ਕੰਟਰੀਜ਼ ਨਾਲੋਂ ਘੱਟ ਖਰਚੇ ਦੇ ਵਿੱਚ, ਘੱਟ ਸਮੇਂ ਦੇ ਵਿੱਚ ਔਰ ਇੱਦਾਂ ਦੀ ਕੰਟਰੀ ਜਿਹੜੀ ਤੁਹਾਨੂੰ ਫਲਾਈਟਸ ਅਲਾਉਡ ਨੇ ਜਿੱਥੇ ਤੁਸੀਂ ਜਾ ਕੇ ਹੁਣੇ ਸਟੱਡੀ ਸਟਾਰਟ ਆਪਣੀ ਕਰ ਸਕਦੇ ਹੋ। ਯੂਕੇ ਹੀ ਇੱਦਾਂ ਦੀ ਕੰਟਰੀ ਹੈ। ਸੋ ਬੈਸਟ ਆਪਸ਼ਨ ਹੈ ਤੁਹਾਡੇ ਲਈ ਯੂਕੇ। ਜੇਕਰ ਤੁਸੀਂ +2 ਪਾਸ ਆਊਟ ਹੋ ਜਾਂ ਗ੍ਰੈਜੂਏਟ ਹੋ, ਤੁਸੀਂ ਮਾਸਟਰਸ ਵੀ ਕੀਤੀ ਹੋਈ ਹੈ, ਜਨਵਰੀ ਸਭ ਤੋਂ ਨੇੜੇ ਆਉਣ ਵਾਲਾ ਇਨਟੇਕ ਹੈ, ਅਕਤੂਬਰ ਨਵੰਬਰ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ ਤਾਂ 2-4 ਦਿਨ ਦਾ ਸਮਾਂ ਬਾਕੀ ਤਾਂ ਵੀ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਲਈ ਸਾਡੇ ਦਫ਼ਤਰਾਂ ਤੁਸੀਂ ਆ ਕੇ ਕਿਸੇ ਵੀ ਵੇਲੇ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ। ਬਿਲਕੁਲ, ਇਹ ਉਹ ਇਨਫੋਰਮੇਸ਼ਨ ਤੁਹਾਨੂੰ ਦੱਸੀ ਗਈ ਹੈ ਕਿਉਂਕਿ ਇਸ ਇਨਫੋਰਮੇਸ਼ਨ ਦੇ ਬਿਨਾਂ ਤੁਸੀਂ ਜੇ ਯੂਕੇ ਦੇ ਬਾਰੇ ਸੋਚ ਰਹੇ ਹੋ ਤਾਂ ਅੱਗੇ ਨਹੀਂ ਵੱਧ ਸਕਦੇ। ਹਰ ਪੋਸੀਬਲ ਵੇ ਨਾਲ ਤੁਹਾਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜਿਹੜੇ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਹੁੰਦੇ ਪਏ ਨੇ ਉਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜਤਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ, ਅੱਜ ਫਿਰ ਸਾਡੇ ਦਰਸ਼ਕਾਂ ਨੂੰ ਕਾਫੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। मेरा नाम प्रॉप्शन सिंह है। मैं अपना वीज़ा एजुकेशन प्रो कंसल्टेंट मोहाली तो लगाया सी। सो अज मैं यूके से पहुंच चुके हैं। मैं सारे में ही दसना चाहता हाँ कि इमीग्रेशन चैक पॉइंट पर कोई भी ज़्यादा इनक्वायरी नहीं होती, सिर्फ सिंपल पुछते हैं। सो मेरा सारा अकोमोडेशन का खर्चा जतिंदर सर ने फिक्स किया। सो सारा मैं एजुकेशन प्रो कंसल्टेंट का बहुत धन्यवाद करता हूँ। सत श्री अकाल जी सारिਆਂ ਨੂੰ। मेरा नाम प्रवीण है। मैं एजुकेशन अब्रॉड कंसल्टेंट कुरुक्षेत्र तो अपना वीज़ा अप्लाई कराया सी। अज मैं मेरा वीज़ा 7 दिनों के अंदर आ गया है। तो मेरी ग्रैजुएशन सी 4 साल का गैप सी। अज मैं बहुत खुश हाँ। मैं जतिंदर सर के